ਆਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਹਿਲਾਂ ਬਾਬੇ ਪਾਇਆ ਬਖਸ਼ਦਾਰ ਪਿੱਛੋਂ ਦੇ ਫਿਰ ਘਾਲ ਕਮਾਈ। ਰੇਤ ਆਕਿਆ ਹਾਰ ਕਰ ਰੋੜਾਂ ਦੀ ਗੁਰ ਕਰੀ ਵਸਾਈ। ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣ ਆਈ। ਬਾਬਾ ਪੈਂਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ। ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਸਮੀ ਦਸਿਆਈ। ਬਾਜੋ ਗੁਰੂ ਗੋਬਾਰ ਹੈ ਕਰਦੀ ਸੁਣੀ ਲੁਕਾਈ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ। ਚੜਿਆ ਸੋਧਣ ਤਰਤ ਲੁਕਾਈ। ਚੜਿਆ ਸੋਧਣ ਤਰਤ ਲੁਕਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਇੰਦਰਾਸਨ ਅਪਛਰਾਂ ਰਾਗ ਰਾਗਣੀ ਮੰਗਲ ਗਾਇਆ। ਪਿਆ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਆਇਆ। ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਇਸ ਕਲਯੁਗ ਨੂੰ ਤਾਰਨ ਵਾਸਤੇ ਇਸ ਧਰਤੀ ਤੇ ਆਏ। ਉਹਨਾਂ ਦੀ ਆਪਾਂ ਜੀਵਨ ਗਾਥਾ ਆਰੰਭ ਕੀਤੀ ਹੋਈ ਹੈ ਤੇ ਵਿੱਚ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦਾ ਸ਼ਹੀਦੀ ਦਿਹਾੜਾ ਆ ਗਿਆ। 2 ਦਿਨ ਆਪਾਂ ਫਿਰ ਉਸ 'ਤੇ ਵੀ ਲਾਏ। ਅੱਜ ਆਪਾਂ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਉਸ ਸਮੇਂ ਦੀ ਗੱਲ ਕਰਨੀ ਹੈ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੀ ਜ਼ਿੰਦਗੀ ਦਾ ਬਹੁਤ ਲੰਮਾ ਸਮਾਂ ਸੁਲਤਾਨਪੁਰ ਦੇ ਵਿੱਚ ਬਤੀਤ ਕੀਤਾ। ਜ਼ਿੰਦਗੀ ਦੇ ਆਖਰੀ 18 ਸਾਲ ਮਹਾਰਾਜ ਨੇ ਕਰਤਾਰਪੁਰ ਕੱਟੇ ਨੇ। ਕੋਈ 10-12 ਸਾਲ ਦਾ ਸਮਾਂ ਜਿਹੜਾ ਉਹਨਾਂ ਨੇ ਸੁਲਤਾਨਪੁਰ ਦੀ ਧਰਤੀ ਤੇ ਰਹਿੰਦਿਆਂ ਹੋਇਆਂ ਇੱਕ ਗ੍ਰਸਥ ਧਰਮ ਨੂੰ ਅਪਣਾ ਕੇ ਤੇ ਕਿਵੇਂ ਗ੍ਰਸਥ ਧਰਮ ਨੂੰ ਚਲਾਉਣਾ ਹੈ ਉਹ ਦੱਸਿਆ ਸਾਨੂੰ। ਇਸ ਜਗ੍ਹਾ ਉੱਤੇ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਮਹਾਰਾਜ ਸੰਗਤਾਂ ਨੂੰ ਤਾਰ ਰਹੇ ਨੇ। ਸਵੇਰੇ ਸ਼ਾਮੀ ਇਸ ਜਗ੍ਹਾ ਤੇ ਸਤਸੰਗ ਹੁੰਦਾ ਹੈ, ਕਿਉਂਕਿ ਗੁਰੂ ਘਰ ਦੀ ਵੱਡੀ ਮਰਜ਼ਾਦਾ ਹੈ ਕਿ ਸਤਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਗੁਰੂ ਨਾਨਕ ਸਾਹਿਬ ਨੇ ਜਿਹੜਾ ਪੰਥ ਚਲਾਇਆ ਸੀ ਉਹਦੀ ਆਧਾਰਸ਼ਿਲਾ ਸਤਸੰਗਤ ਸੀ। ਕਿਉਂਕਿ ਜੋ ਜੋ ਮਿਲੇ ਸਾਧੂ ਜਨ ਸੰਗਤ, ਤਨ ਧੰਨਾ ਜੱਟ ਸੈਣ ਮਿਲਿਆ ਹਰਦਈਆ। ਸੰਗਤ ਕਾ ਗੁਣ ਬਹੁਤ ਅਧਿਕਾਈ ਪੜ ਸੂਆ ਗਣਕ ਉਦਾਰੇ। ਮਹਾਰਾਜ ਆਖਿਆ ਜਿਹੜਾ ਸਤ ਸੰਗਤ ਵਿੱਚ ਨਹੀਂ ਬਹਿੰਦਾ
ਉਹ ਬੰਦਾ ਧਰਮ ਨਹੀਂ ਕਮਾ ਸਕਦਾ। ਤੇ ਸੰਗਤ ਵਿੱਚ ਬਹਿਣਾ ਹੀ ਇੱਕ ਬਹੁਤ ਵੱਡਾ ਧਰਮ ਹੈ। ਮੁਸਲਮਾਨ ਵਾਸਤੇ 5 ਨਮਾਜ਼ਾਂ ਨੇ ਤੇ ਸਿੱਖ ਵਾਸਤੇ ਸਤ ਸੰਗਤ ਹੈ। ਮਾਧੋ ਸਾਧੂ ਜਨ ਦਿਓ ਮਲਾਏ। ਗੁਰੂ ਰਾਮਦਾਸ ਸੋਢੀ ਪਾਤਸ਼ਾਹ ਵੀ ਸੰਗਤ ਦੀ ਵੱਡੀ ਵਡਿਆਈ ਬਿਆਨ ਕਰਦੇ ਨੇ। ਤੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਨੇ 4 ਕੁੰਟਾਂ ਦਾ ਭਰਮਣ ਕੀਤਾ ਤੇ ਉੱਥੇ ਉੱਥੇ ਮਾਰਨੇ ਸੰਗਤ ਬੱਧੀ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਮੈਂ ਬੱਧੀ ਸੱਚ ਧਰਮਸਾਲ ਹੈ। ਮੈਂ ਧਰਮਸਾਲ ਨੂੰ ਬੱਧਿਆ ਹੋਇਆ। ਮੈਂ ਬੱਧੀ ਸੱਚ ਧਰਮਸਾਲ ਹੈ। ਗੁਰਸਿੱਖਾ ਲੈਂਦਾ ਭਾਲ ਕੇ, ਪੈਰ ਧੋਵਾਂ ਪੱਖਾ ਫੇਰਦਾ, ਤਿਸ ਨਿਵ ਨਿਵ ਲੱਗਾ ਪਾਏ ਜਿਉ। ਗੁਰੂ ਅਰਜਨ ਦੇਵ ਜੀ ਨੇ ਪੁੱਛਿਆ, ਤੁਸੀਂ ਹਰਿਮੰਦਰ ਸਾਹਿਬ ਕਿਉਂ ਬਣਾਇਆ ਹੈ? ਕਹਿਣ ਲੱਗੇ, ਧਰਮ ਕਮਾਉਣ ਵਾਸਤੇ ਧਰਮਸ਼ਾਲਾ ਬਣਾਈ ਹੋਈ ਹੈ। ਹਰ ਜੱਪੇ ਹਰ ਮੰਦਰ ਸਾਜਿਆ। ਮੈਂ ਬੱਧੀ ਸੱਚ ਧਰਮਸਾਲ ਹੈ। ਕਿਉਂ ਬੱਧੀ ਹੋਈ ਹੈ ਤੁਸੀਂ? ਗੁਰਸਿੱਖਾਂ ਲੈਂਦਾ ਭਾਲ ਕੇ। ਜਿੱਦਾਂ ਇੱਕ ਮਾਨ ਸਰੋਵਰ ਹੁੰਦਾ ਹੈ, ਉਹਦੇ ਉੱਤੇ ਹੰਸ ਆਉਂਦੇ ਆ ਨਾ, ਤੇ ਜਿਸ ਤਰ੍ਹਾਂ ਇੱਕ ਸ਼ਿਕਾਰੀ ਜਾਲ ਪਾ ਕੇ ਉੱਤੇ ਚੋਗਾ ਪਾ ਦਿੰਦਾ ਤੇ ਸ਼ਿਕਾਰੀ ਫਸ ਜਾਂਦੇ ਨੇ ਨਾ। ਤੇ ਮਹਾਰਾਜ ਕਹਿੰਦੇ, ਅਸੀਂ ਧਰਮਸ਼ਾਲਾ ਇਸ ਕਰਕੇ ਬਣਾਈ ਕਿ ਇੱਥੇ ਰੱਬ ਦੇ ਪਿਆਰੇ ਆਉਣ, ਰੱਬ ਦੇ ਪਿਆਰੇ ਬੈਠਣ। ਤੇ ਮਹਾਰਾਜ ਗੁਰੂ ਰਾਮਦਾਸ ਵੀ ਕਹਿੰਦੇ ਨੇ, ਮਾਧੋ ਸਾਧੂ ਜਨ ਦਿਓ ਮਲਾਏ। ਕੀ ਹੋਊਗਾ ਸਾਧੂ ਸੰਗਤ ਦੇ ਨਾਲ ਮਿਲਣ ਦੇ ਨਾਲ? ਦੇਖਤ ਦਰਸ਼ ਪਾਪ ਸਭ ਨਾਸੇ, ਪਵਿੱਤਰ ਪਰਮ ਗਤ ਪਾਏ। ਮਹਾਰਾਜ ਕਹਿੰਦੇ, ਜਿਹੜਾ ਭਾਵਨਾ ਦੇ ਨਾਲ ਸੰਗਤ ਵਿੱਚ ਆਉਂਦਾ ਉਹਦੇ ਨੇਤਰ ਪਨੀਤ ਹੁੰਦੇ ਨੇ। ਨੇਤਰ ਪਨੀਤ ਪਏ ਦਰਸ਼ ਪੇਖੇ। ਤੇ ਜਿਨ੍ਹਾਂ ਕਦਮਾਂ ਨਾਲ ਚੱਲ ਕੇ ਸੰਗਤ ਵਿੱਚ ਗੁਰਦੁਆਰੇ ਸਿੱਖ ਆਉਂਦਾ ਹੈ, ਉਹ ਕਦਮ ਪਵਿੱਤਰ ਹੁੰਦੇ ਨੇ। ਕੱਲੇ ਉਹ ਕਦਮ ਨਹੀਂ ਪਵਿੱਤਰ ਹੁੰਦੇ, ਉਹ ਰਾਹ ਵੀ ਪਵਿੱਤਰ ਹੋ ਜਾਂਦੇ ਨੇ, ਜਿਨ੍ਹਾਂ ਦੇ ਰਾਹ ਦੇ ਉੱਤੋਂ ਦੀ ਰੱਬ ਦੇ ਪਿਆਰੇ ਲੰਘਦੇ ਨੇ। ਤੇ ਹਸਤ ਟਹਿਲ ਜਦੋਂ ਕਰਦੇ ਨੇ, ਹੱਥ ਟਹਿਲ ਕਰਦੇ ਨੇ, ਫਿਰ ਸੰਗਤ ਵਿੱਚ ਆਣ ਕੇ ਸੇਵਾ ਕੀਰਤ ਕਰਨ ਦੇ ਨਾਲ ਹੱਥ ਸਫਲੇ ਹੁੰਦੇ ਨੇ। ਤੇ ਸੰਗਤ ਵਿੱਚ ਬੈਠ ਕੇ ਜਦੋਂ ਫਿਰ ਕੋਈ ਨਾਮ ਜਪਦਾ, ਫਿਰ ਰਸਨਾ ਪਵਿੱਤਰ ਹੋ ਜਾਂਦੀ ਆ। ਨਾਮ ਕਹਿਤ ਗੋਬਿੰਦ ਕਾ ਸੂਚੀ ਪਈ ਰਸਨਾ। ਇਸ ਤਰ੍ਹਾਂ ਦੇ ਨਾਲ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਸੁਲਤਾਨਪੁਰ ਦੀ ਧਰਤੀ ਤੇ ਰਹਿ ਰਹੇ ਨੇ। ਤੇ ਮੋਦੀ ਕੀ ਕਾਰ ਸ਼੍ਰੀ ਗੁਰੂ ਕਮਾਵੇ। ਕਿਉਂਕਿ ਬੰਦਾ ਸਰੀਰ ਵੀ ਆ ਤੇ ਬੰਦਾ ਮਨ ਵੀ ਆ। ਸਾਡੇ 2 ਹਿੱਸੇ ਨੇ। ਇੱਕ ਹਿੱਸੇ ਨੂੰ ਪਾਣੀ ਦੀ ਲੋੜ ਹੈ, ਰੋਟੀ ਦੀ ਲੋੜ ਹੈ, ਕੱਪੜੇ ਦੀ ਲੋੜ ਹੈ। ਤੇ ਇਹ ਲੋੜਾਂ ਜਿਹੜੀਆਂ ਸਾਡੀਆਂ, ਇਹ ਸਾਡੇ ਧੰਦੇ ਵਿੱਚੋਂ ਪੂਰੀਆਂ ਹੋਣੀਆਂ ਨੇ। ਧੰਦਾ ਕਰੂਗਾ ਬੰਦਾ ਤੇ ਕੱਪੜਾ ਪਾਊਗਾ, ਧੰਦਾ ਕਰੂਗਾ ਤੇ ਬੰਦਾ ਰੋਟੀ ਖਾਊਗਾ। ਤੇ ਉਹਦੇ ਵਾਸਤੇ ਕੋਈ ਨਾ ਕੋਈ ਦੁਨੀਆ ਦਾ ਕੰਮ ਧੰਦਾ ਕਰਨਾ ਪੈਂਦਾ ਹੈ। ਤੇ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇੱਥੇ ਹੁਣ ਗ੍ਰਸਤੀ ਜੀਵਨ ਕੱਟ ਰਹੇ ਨੇ। ਤੇ ਮੋਦੀ ਕੀ ਕਾਰ ਸ੍ਰੀ ਗੁਰੂ ਕਮਾਵੇ। ਮੋਦੀ ਕਹਿੰਦੇ ਨੇ ਸਰਕਾਰੀ ਖਜ਼ਾਨਾ, ਖਜ਼ਾਨੀ ਸਰਕਾਰੀ ਹੱਟੀ।
ਕਿਉਂਕਿ ਉਦੋਂ ਬੰਦਿਆਂ ਦੀਆਂ ਹੱਟੀਆਂ ਤੇ ਹੁੰਦੀਆਂ ਨਹੀਂ, ਵੱਡੀਆਂ ਵੱਡੀਆਂ ਸਰਕਾਰੀ ਹੱਟੀਆਂ ਹੁੰਦੀਆਂ ਸਨ, ਜਿੱਥੇ ਲੋਕੀ ਵੇਚਦੇ ਵੀ ਸਨ ਤੇ ਜਿੱਥੋਂ ਲੋਕੀ ਖਰੀਦਦੇ ਵੀ ਸਨ, ਜਿਹਨੂੰ ਕਿ ਤਬਾਦਲਾ ਵੀ ਕਰ ਲੈਂਦੇ ਸੀ। ਕੋਈ ਚੀਜ਼ ਦੇ ਕੇ ਦੂਸਰੀ ਚੀਜ਼ ਲੈ ਲੈਣੀ ਹੈ। ਕਣਕ ਦੇ ਕੇ ਮਸਾਲਾ ਦਾਲ ਆਦਿ ਲੈ ਲੈਣੀ ਆ। ਹਾਂਜੀ, ਇਸ ਤਰ੍ਹਾਂ ਦੀ ਗੱਲ ਕਿ ਮੋਦੀ ਕੀ ਕਾਰ ਸ਼੍ਰੀ ਗੁਰੂ ਕਮਾਵੈ, ਗ੍ਰਸਥ ਧਰਮ ਕੀ ਮਰਜਾਦ ਗ੍ਰਸਥ ਧਰਮ ਕੀ ਸੋ ਨਿਭਾਵੈ। ਤੇ ਇੱਥੇ ਰਹਿੰਦਿਆਂ ਹੋਇਆ ਮਹਾਰਾਜ ਨੇ ਦੱਸਿਆ ਵੀ ਗ੍ਰਸਤੀ ਜੀਵਨ ਕਿਵੇਂ ਜੀਣਾ ਹੈ। ਗੁਰੂ ਨਾਨਕ ਸਾਹਿਬ ਦੇ 2 ਪੁੱਤਰ ਨੇ, ਘਰ ਵਾਲੀ ਹੈ, ਤੇ ਉਹ ਕੰਮ ਵੀ ਕਰਦੇ ਨੇ, ਪਰ ਕੰਮ ਕਰਦਿਆਂ ਹੋਇਆ ਗ੍ਰਸਤ ਧਰਮ ਦੀ ਮਰਜ਼ਾਦਾ ਵੀ ਨਿਭਾਉਂਦੇ ਨੇ। ਤੇ ਗ੍ਰਸਤ ਧਰਮ ਦੀ ਮਰਜ਼ਾਦਾ ਕੀ ਹੈ? ਸੰਗਤ ਵਿੱਚ ਆਉਣਾ, ਨਾਮ ਜਪਣਾ ਤੇ ਕੀਤੀ ਹੋਈ ਕਿਰਤ ਵਿੱਚੋਂ ਕੋਈ ਰੱਬ ਦੇ ਧਰਮ ਦੇ ਨਿਮਿਤ ਕੋਈ ਦਾਨ ਪੁੰਨ ਕਰਨਾ, ਇਹ ਗ੍ਰਸਤ ਧਰਮ ਦੀ ਮਰਜ਼ਾਦਾ ਹੈ। ਮੇਰਾ ਸੱਚੇ ਪਾਤਸ਼ਾਹ ਨੇ ਉਸ ਨੂੰ ਨਹੀਂ ਵਡਿਆਇਆ ਕਿ ਜਿਹੜਾ ਕੋਈ ਭੋਗ ਲਾਸਾਂ ਵਿੱਚ ਹੀ ਲਿਪਤ ਹੋਇਆ ਫਿਰਦਾ ਹੈ। ਨਹੀਂ ਨਹੀਂ ਨਹੀਂ, ਇੱਥੇ ਮਹਾਰਾਜ ਕੰਮ ਕਰਦਿਆਂ ਹੋਇਆਂ ਜਿਹੜਾ ਉਹਨਾਂ ਨੂੰ ਮਿਹਨਤਾਨਾ ਮਿਲਦਾ ਹੈ, ਮਿਹਨਤ ਮਿਲਦੀ ਹੈ, ਉਹਦੇ ਵਿੱਚੋਂ ਗਰੀਬ ਗੁਰਬਿਆਂ ਨਿਮਿਤ ਉਹ ਦਾਨ ਕਰਦੇ ਨੇ। ਇਹ ਮਰਜ਼ਾਦਾ ਹੈ ਗ੍ਰਸਤੀ ਦੀ। ਤੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਇਹ ਧਰਮ ਨਿਭਾ ਰਹੇ ਨੇ, ਗ੍ਰਸਤ ਧਰਮ ਨਿਭਾ ਰਹੇ ਨੇ, ਮਰਜ਼ਾਦਾ ਨਿਭਾ ਰਹੇ ਨੇ, ਤੇ ਜਿਹੜਾ ਵੀ ਉੱਥੇ ਗਰੀਬ ਗੁਰਬਾ ਕੋਈ ਵੀ ਆਉਂਦਾ ਹੈ, ਉਹਨੂੰ ਮਾਰੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਨੇ। ਤੇ ਜਦੋਂ ਬੰਦਾ ਕੋਈ ਇਸ ਤਰ੍ਹਾਂ ਦੇ ਕੰਮ ਕਰਦਾ, ਉਹਦੀ ਫਿਰ ਘਰ ਘਰ ਵਿੱਚ ਚਰਚਾ ਹੁੰਦੀ ਹੈ। ਤੇ ਲੋਕੀ ਕੀ ਚਰਚਾ ਕਰਦੇ ਨੇ? ਦਿਸ ਜਬ ਤੇ ਮੋਦੀ ਪਠਾਇਓ। ਲੋਕੀ ਕਹਿੰਦੇ ਆ ਵੀ ਜਦੋਂ ਦਾ ਗੁਰੂ ਨਾਨਕ ਸਾਹਿਬ ਇਸ ਮੋਦੀ ਖਾਨੇ 'ਚ ਬੈਠੇ ਹੋਏ ਨੇ, ਕਿਉਂਕਿ ਉਸ ਤੋਂ ਪਹਿਲਾਂ ਵੀ ਮੋਦੀ ਬਹਿੰਦੇ ਸਨ, ਉਸ ਤੋਂ ਪਹਿਲਾਂ ਵੀ ਕੋਈ ਉੱਥੇ ਬੈਠ ਕੇ ਕੋਈ ਤਕੜੀ ਨਾ ਤੋਲਦਾ ਹੁੰਦਾ ਸੀ। ਉਸ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵੀ ਕੋਈ ਉੱਥੇ ਕੋਈ ਲੈਣ ਦੇਣ ਕਰਦਾ ਹੁੰਦਾ ਸੀ। ਪਰ ਜਿਸ ਦਿਨ ਦੇ ਜਿਸ ਜਬ ਤੇ ਮੋਦੀ ਬਿਠਾਇਓ, ਸ਼੍ਰੀ ਮੋਦੀ ਬਿਠਾਇਓ, ਜਿਸ ਦਿਨ ਤੋਂ ਗੁਰੂ ਨਾਨਕ ਸਾਹਿਬ ਜੀ ਮੋਦੀ ਬਣ ਕੇ ਇਸ ਹੱਟੀ ਉੱਤੇ ਬੈਠੇ ਹੋਏ ਨੇ, ਤੇ ਪਹਿਲਾਂ ਬਹਿੰਦੇ ਹੁੰਦੇ ਸੀ ਬੇਈਮਾਨ, ਧੋਖੇਬਾਜ਼। ਪਰ ਗੁਰੂ ਨਾਨਕ ਸਾਹਿਬ ਦੇ ਬਾਰੇ ਉਹ ਲਿਖਦੇ ਨੇ ਕਿ ਦਰਿਦਰ ਭਾਜ ਈਰਖਾ ਮਟਾਇਓ। ਉਸ ਦਿਨ ਤੋਂ ਬਾਅਦਾਂ ਮਹਾਰਾਜ ਜਿਸ ਦਿਨ ਗੁਰੂ ਨਾਨਕ ਸਾਹਿਬ ਇਸ ਹੱਟ ਤੇ ਬਹਿ ਗਏ ਨੇ, ਤੇ ਸ਼ਹਿਰ ਦੇ ਵਿੱਚ ਗਰੀਬੀ ਨਹੀਂ ਰਹਿਣ ਦਿੱਤੀ ਮਹਾਰਾਜ ਨੇ। ਅੱਗੇ ਲੋਕੀ ਭੁੱਖੇ ਸੌਂਦੇ ਸਨ, ਤੇ ਮਹਾਰਾਜ ਨੇ ਐਲਾਨ ਕੀਤਾ ਸੀ ਕਿ ਮੇਰੇ ਹੁੰਦਿਆਂ ਇਸ ਸ਼ਹਿਰ ਵਿੱਚ ਕੋਈ ਭੁੱਖਾ ਨਹੀਂ ਸੌਣਾ ਚਾਹੀਦਾ, ਜਿਸ ਨੂੰ ਲੋੜ ਹੈ ਇੱਥੋਂ ਆਣ ਕੇ ਲੈ ਜਾਓ। ਇਹ ਜਿਹੜੇ ਅੱਜ ਗੁਰੂ ਨਾਨਕ ਦੇ ਨਾਂ ਤੇ ਦਾਨ ਪੁੰਨ ਚੱਲਦੇ ਨੇ, ਸੇਵਾਵਾਂ ਚੱਲਦੀਆਂ ਨੇ, ਬਾਬੇ ਨਾਨਕ ਦੀਆਂ ਬਖਸ਼ਾਂ ਨੇ, ਇਹ ਬੰਦੇ ਦੇ ਕੰਮ ਨਹੀਂ ਹੈ। ਇਹ ਜਿਹੜੇ ਸਾਨੂੰ ਅੱਤਵਾਦੀ ਕਹਿੰਦੇ ਸੀ ਵੀ ਪੱਗਾਂ ਵਾਲੇ ਅੱਤਵਾਦੀ ਨੇ, ਉੱਥੇ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਸਿੱਧ ਕਰਤਾ ਵੀ ਅਸੀਂ ਅੱਤਵਾਦੀ ਨਹੀਂ, ਅਸੀਂ ਤੇ ਲੋਕਾਂ ਦੀਆਂ ਜੁੱਤੀਆਂ ਪਾਲਿਸ਼ ਕਰਦੇ ਹਾਂ। ਜਿਨ੍ਹਾਂ ਲੋਕਾਂ ਨੂੰ ਇਹਨਾਂ ਨੇ ਮੀਡੀਆ ਨੇ ਸਾਬਤ ਕਰਨ ਤੇ ਬੜਾ ਜ਼ੋਰ ਲਾਇਆ ਸੀ, ਸਿੱਖ ਅੱਤਵਾਦੀ ਨੇ, ਸਿੱਖ ਕਿਰਪਾਨਾਂ ਰੱਖਦੇ ਨੇ, ਸਿੱਖ ਜਰਾਇਮ ਪੇਸ਼ਾ ਕੌਮ ਹੈ, ਇਹ ਬੇਗੁਨਾਹ ਦਾ ਕਤਲ ਕਰਦੇ ਨੇ। ਤੇ ਜਦੋਂ ਉੱਥੇ ਉਹਨਾਂ ਹੱਥਾਂ ਦੇ ਵਿੱਚ ਜਦੋਂ ਡੱਬੀਆਂ ਵੇਖੀਆਂ ਪਾਲਸ਼ਾਂ ਵਾਲੀਆਂ, ਬੁਰਸ਼ ਵੇਖੇ ਤੇ ਜੁੱਤੀਆਂ ਪਾਲਸ਼ੀਆਂ ਕਰਦਿਆਂ ਸਿੱਖਾਂ ਨੂੰ ਵੇਖਿਆ, ਹੁਣ ਕੋਈ ਜਵਾਬ ਨਹੀਂ ਹੈ।
ਸਾਡਾ ਧਰਮ ਕੋਈ ਬੰਦੂਕਾਂ ਫੜਨਾ ਧਰਮ ਨਹੀਂ ਹੈ। ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗੇ ਬੈਸਣ ਪਾਈਏ, ਕਉ ਨਾਨਕ ਬਾਂਹ ਲੁਢਾਈਏ। ਬਾਬੇ ਨਾਨਕ ਨੇ ਹੱਥੀਂ ਸੇਵਾ ਕੀਤੀ ਹੋਈ ਹੈ। ਜਦੋਂ ਸਿੱਧ ਪੁੱਛਦੇ ਨੇ, ਬਾਬਾ ਜੀ ਤੁਸੀਂ ਕੀ ਕਹਿ ਰਹੇ ਹੋ ਦੁਨੀਆ ਨੂੰ? ਸਾਹਿਬ ਕਹਿੰਦੇ ਅਸੀਂ ਸੇਵਾ ਕਹਿ ਰਹੇ ਹਾਂ, ਸੇਵਾ ਕਰੋ। ਅਸੀਂ ਕਹਿ ਰਹੇ ਆਪਣੀ ਰੋਟੀ ਕਮਾਓ ਤੇ ਰੋਟੀ ਖਾਓ, ਤੇ ਕਮਾਈ ਵਿੱਚੋਂ ਗਰੀਬਾਂ ਨੂੰ ਵੀ ਦਿਓ। ਸਿੱਧ ਪੁੱਛਦੇ ਨੇ, ਕਹਿਣ ਲੱਗੇ ਤੁਸੀਂ ਲੋਕਾਂ ਨੂੰ ਸੇਵਾ ਬਾਰੇ ਕਹਿੰਦੇ ਹੋ? ਕਹਿੰਦੇ ਅਸੀਂ ਕਹਿੰਦੇ ਹਾਂ। ਕਹਿਣ ਲੱਗੇ ਫਿਰ ਤੁਸੀਂ ਸਾਡੀ ਸੇਵਾ ਕਰੋ। ਮਰ ਕੇ ਦੱਸੋ ਕੀ ਸੇਵਾ ਕਰਨੀ? ਲੋਟਾ ਦਿੱਤਾ ਨਾਥ ਜੀ, ਪਾਣੀ ਭਰ ਲੈ, ਮਨੇ ਉੱਠ ਚੱਲ। ਕਹਿਣ ਲੱਗੇ ਜਾਓ ਪਾਣੀ ਲੈ ਕੇ ਆਓ ਸਾਡੇ ਵਾਸਤੇ। ਸਾਹਿਬ ਕਹਿੰਦੇ ਕੋਈ ਗੱਲ ਨਹੀਂ, ਅਸੀਂ ਪਾਣੀ ਲੈਣ ਆਉਂਦੇ ਹਾਂ। ਬਾਬਾ ਆਇਆ ਪਾਣੀਏ, ਡਿੱਠੇ ਰਤਨ ਜਵੇਹਰ ਲਾਲਾ। ਸਾਹਿਬ ਕਹਿੰਦੇ ਅਸੀਂ ਕਿਹਾ ਨਹੀਂ ਹੈ ਸੇਵਾ ਕਰਨ ਬਾਰੇ, ਅਸੀਂ ਖੁਦ ਵੀ ਸੇਵਾ ਕਰਦੇ ਹਾਂ। ਅਸੀਂ ਤਾਂ ਖੁਦ ਵੀ ਸੇਵਾ ਕਰਦੇ ਹਾਂ। ਤੇ ਮੈਂ ਕੱਲ ਵੀ ਕਿਹਾ ਸੀ, ਇਹ ਬੰਦਿਆਂ ਦੇ ਨਾਲ ਦਿੱਲੀ ਫਤਿਹ ਨਹੀਂ ਹੋਈ। ਉੱਥੇ ਗੁਰੂ ਦੇ ਨਾਮ ਦਾ ਵਰਤ ਵਰਤਾਰਾ ਚੱਲਦਾ ਰਿਹਾ। ਉੱਥੇ ਗਰੀਬ ਗੁਰਬਿਆਂ ਨੂੰ ਭੋਜਨ ਮਿਲਦਾ ਰਿਹਾ, ਗਰੀਬਾਂ ਦੀਆਂ ਅਸੀਸਾਂ ਮਿਲਦੀਆਂ ਰਹੀਆਂ ਨੇ, ਤਾਂ ਜਾ ਕੇ ਦਿੱਲੀ ਫਤਿਹ ਹੋਈ। ਤੇ ਮੈਂ ਕਹਿ ਰਿਹਾ ਸੀ ਵੀ ਸਾਡਾ ਧਰਮ ਬੰਦੂਕਾਂ ਵਾਲਾ ਧਰਮ ਨਹੀਂ ਸੀ ਹੈਗਾ। ਇਹ ਲੋਕਾਂ ਨੇ ਹੁਣ ਵੇਖਿਆ ਹੈ। ਠੀਕ ਆ, ਹੁਣ ਵੀ ਉੱਥੇ ਲੋਕਾਂ ਨੇ ਕਹਿ ਦਿੱਤਾ ਵੀ ਅੱਤਵਾਦੀ ਇਕੱਠੇ ਹੋ ਕੇ ਆ ਗਏ ਪੰਜਾਬ ਤੋਂ, ਖਾਲਿਸਤਾਨੀ ਆ ਗਏ। ਪਰ ਜਦੋਂ ਬੁਰਸ਼ ਫੜ ਕੇ ਜੁੱਤੀਆਂ ਪਾਲਸ ਕਰਦਿਆਂ ਵੇਖਿਆ, ਫਿਰ ਉਹ ਹੈਰਾਨ ਰਹੇ ਲੋਕ। ਨਹੀਂ, ਉੱਥੇ ਫਿਰ ਉਹਨਾਂ ਨੇ ਕਿਹਾ ਅਸੀਂ ਇਕੱਲੀਆਂ ਜੁੱਤੀਆਂ ਪਾਲਿਸ਼ ਕਰਨੀਆਂ ਨਹੀਂ ਜਾਣਦੇ, ਜੇ ਕੋਈ ਅੜੇਗਾ ਤੇ ਅਸੀਂ ਜੁੱਤੀਆਂ ਮਾਰਨੀਆਂ ਵੀ ਜਾਣਦੇ ਹਾਂ। ਦੋਵੇਂ ਕੰਮ ਕਰ ਲੈਂਦੇ ਅਸੀਂ, ਜੁੱਤੀਆਂ ਪਾਲਿਸ਼ ਵੀ ਕਰ ਲੈਂਦੇ ਹਾਂ, ਤੇ ਜੇ ਕੋਈ ਨਾ ਮੰਨੇ ਮੋਦੀ ਵਰਗਾ, ਫਿਰ ਜੁੱਤੀਆਂ ਸਿਰ 'ਚ ਮਾਰ ਵੀ ਲੈਂਦੇ ਅਸੀਂ। ਕਹਿੰਦੇ ਦੇਗ ਤੇਗ ਦੋ ਜੱਗ ਮੇ ਚੱਲੇ। ਬਾਬੇ ਨਾਨਕ ਦਾ ਸਿੱਖ ਜਿਹੜਾ ਹੈ ਉਹ ਦੇਖਦਾ ਵੀ ਤਾਂ ਨਹੀਂ ਆ। ਉਹ ਦੇਗ ਵੀ ਚਲਾਉਂਦਾ ਹੈ, ਉਹ ਲੰਗਰ ਵੀ ਲਾਉਂਦਾ ਹੈ। ਤੇ ਇਕੱਲਾ ਲੰਗਰ ਨਹੀਂ ਲਾਉਂਦਾ ਸਿੱਖ, ਉਹ ਤੇਗਦਾ ਵੀ ਤਾਂ ਨਹੀਂ ਆ। ਇਹ ਨਾ ਵੀ ਕੋਈ ਰਾਤ ਨੂੰ ਆਵੇ ਤੇ ਕੋਈ ਚੋਰ ਚੱਕਾ ਦੇਗਾਂ ਹੀ ਚੁੱਕ ਕੇ ਲੈ ਗਏ ਸਿੱਖ ਦੀਆਂ। ਦੇਗ ਕਾਇਮ ਰਵੇ, ਉਹਦੇ ਲਾਗੇ ਤੇਗ ਰੱਖਣੀ ਪੈਂਦੀ ਹੈ। ਤੇ ਕੰਮ ਤੇ ਸਾਡਾ ਸੇਵਾ ਸੀ, ਤੇ ਕੰਮ ਤੇ ਸਾਡਾ ਜੁੱਤੀਆਂ ਪਾਲਿਸ਼ ਕਰਨਾ ਹੀ ਸੀ, ਸੇਵਾ ਹੀ ਸੀ। ਤੇ ਪਰ ਜੇ ਕੋਈ ਨਾ ਮੰਨੇ, ਫਿਰ ਜੁੱਤੀ ਸਿਰ 'ਚ ਮਾਰਨਾ ਵੀ ਫਿਰ ਸਾਡਾ ਧਰਮ ਹੀ ਹੈ ਨਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਚੂੰਕਾਰ ਅੱਜ ਹਮਾ ਹੀਲ ਤੇ ਦਰ ਗੁਜਸਤ, ਹਲਾਲ ਅਸਤਨ ਬੁਰਦਨ ਬਾਦ ਸ਼ਮਸ਼ੀਰ ਦਸਤ। ਅਸੀਂ ਸ਼ਮਸ਼ੀਰ ਦੇ ਉੱਤੇ ਦਸਤ ਨਹੀਂ ਖੜਦੇ, ਆਪਣਾ ਹੱਥ ਨਹੀਂ ਖੜਦੇ। ਅਸੀਂ ਉਦੋਂ ਖੜਦੇ ਹਾਂ ਜਦੋਂ ਚੂੰਕਾਰ ਅੱਜ ਹਮਾ ਹੀਲ ਤੇ, ਜਦੋਂ ਸਾਰੇ ਹੀਲੇ ਵਸੀਲੇ ਦਲੀਲਾਂ ਪੀਲਾਂ ਨਾ ਕੋਈ ਮੰਨੇ। ਫਿਰ ਹਲਾਲ ਅਸਤ ਬੁਰਦਨ ਬਾਦ ਸ਼ਮਸ਼ੀਰ ਦਸਤ। ਫਿਰ ਉਦੋਂ ਹਲਾਲ ਹੈ, ਜਾਇਜ਼ ਹੈ ਬਦੂ ਆਪਣਾ ਕਿਰਪਾਨ ਫੜਨਾ। ਤੇ ਮਹਾਰਾਜ ਉੱਥੇ ਫਿਰ ਗੁਰੂ ਨਾਨਕ ਸਾਹਿਬ ਨੇ ਜਦੋਂ ਸੁਲਤਾਨਪੁਰ ਰਹਿ ਰਹੇ ਨੇ, ਹੱਟ ਉੱਤੇ ਬੈਠੇ ਹੋਏ ਨੇ, ਤੇ ਉਹਨਾਂ ਦੇ ਬਹਿੰਦਿਆਂ ਹੋਇਆਂ ਹੀ ਜੇ ਦਿੱਲੀ ਵਿੱਚ ਸਿੱਖ ਜਾ ਕੇ ਬੈਠਾ ਤੇ ਤਮਾਮ ਗਰੀਬ ਗੁਰਬਿਆਂ ਨੂੰ ਉੱਥੇ ਰਾਸ਼ਨ ਮਿਲਣ ਲੱਗ ਪਿਆ। ਮੌਜਾਂ ਲੱਗੀਆਂ ਸੀ। ਅੱਗੇ ਕੋਈ ਕੱਲ ਕਹਿ ਰਿਹਾ ਸੀ ਵੀ ਜਿਹੜੇ ਹੁਣ ਦਿੱਲੀੋਂ ਆਏ ਆ ਨਾ, ਇਹਨਾਂ ਨੂੰ ਹੁਣ ਘਰ ਦੀ ਰੋਟੀ ਚੰਗੀ ਨਹੀਂ ਜੇ ਲੱਗਣੀ ਅਜੇ 2 ਮਹੀਨੇ। ਉੱਥੇ ਸ਼ਾਹੀ ਪਨੀਰ ਮਿਲਦਾ ਸੀ, ਹਾਂਜੀ। ਉੱਥੇ ਜਿਹੜੀਆਂ ਪਿੰਨੀਆਂ ਮਿਲਦੀਆਂ ਸੀ, ਉਹ ਘਰਾਂ 'ਚ ਪਿੰਨੀਆਂ ਮਿਲਣੀਆਂ ਨਹੀਂ। ਹੁਣ ਅਜੇ ਐਰਕੀ ਸਿਆਲ ਤੇ ਮੁਸ਼ਕਿਲ ਆਉਣੀ ਅਜੇ, ਕਿਉਂਕਿ ਉਹ ਸਵਾਦ ਪਿੰਨੀਆਂ ਇੱਥੋਂ ਘਰਾਂ 'ਚ ਥੋੜ੍ਹਾ ਮਿਲਦੀਆਂ। ਉਹ ਮੁਸ਼ਕਿਲ ਬਣ ਜਾਣੀ ਜਿਹੜੇ ਹੁਣ 6 ਮਹੀਨੇ ਪਿੰਨੀਆਂ ਖਾ ਕੇ ਆਏ ਆ, ਤੇ ਜਿਹੜੇ 6 ਮਹੀਨੇ ਉੱਥੇ ਪੱਕੀਆਂ ਪਕਾਈਆਂ ਖਾ ਕੇ ਆਏ, ਉਹਨਾਂ ਨੂੰ ਹੁਣ ਆਪਣੇ ਪਕਾਉਣੀਆਂ ਮੁਸ਼ਕਿਲ ਪੈ ਜਾਣੀਆਂ। ਨਾਲੇ ਉੱਥੇ ਆਨੰਦ ਹੀ ਆਨੰਦ ਬੱਝਾ ਸੀ। ਕਾਲੀ ਨਾਗਣੀ ਵੀ ਮਿਲ ਜਾਂਦੀ ਸੀ, ਰਾਤ ਨੂੰ ਘੁੱਟ ਮਿਲ ਵੀ ਜਾਂਦੀ ਸੀ, ਆਨੰਦ ਹੀ ਆਨੰਦ ਸੀ
ਉਹ ਆਨੰਦ ਹੁਣ ਇੱਥੇ ਥੋੜ੍ਹਾ ਆਉਣਾ ਘਰਾਂ 'ਚ ਆਣ ਕੇ। ਰੱਬ ਖੈਰ ਕਰੇ। ਉਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਹੁਣ ਮੋਦੀ ਦੇ ਹੱਟ ਤੇ ਬੈਠੇ ਹੋਏ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ, ਤੇ ਮਹਾਰਾਜ ਦੇ ਇੱਕ ਮਰਜ਼ਾਦਾ ਸੀ ਵੀ ਮੇਰੇ ਹੁੰਦਿਆਂ ਹੋਇਆਂ ਜਿੰਨਾ ਚਿਰ ਮੈਂ ਸੁਲਤਾਨਪੁਰ ਦੇ ਵਿੱਚ ਹਾਂ, ਕੋਈ ਭੁੱਖਾ ਨਹੀਂ ਸੌਣਾ ਚਾਹੀਦਾ। ਅੱਜ ਵੀ ਜਿੱਥੇ ਗੁਰੂ ਨਾਨਕ ਦਾ ਵਰਤ ਵਰਤਾਰਾ ਹੈ, ਜਿੱਥੇ ਧਰਮ ਸਥਾਨ ਹੈ, ਉੱਥੇ ਗਰੀਬ ਗੁਰਬੇ ਨੂੰ ਰੋਟੀ ਵੀ ਮਿਲਦੀ ਆ ਤੇ ਦੇਸੀ ਘਿਓ ਦਾ ਕੜਾਹ ਵੀ ਮਿਲਦਾ ਹੈ। ਇਹ ਬਾਬੇ ਨਾਨਕ ਦੀ ਮਰਜ਼ਾਦਾ ਹੈ। ਤੇ ਦਿੱਲੀ ਦੇ ਇਸ ਸਮਾਗਮ ਨੇ ਦੁਨੀਆ ਉੱਤੇ ਸਾਬਤ ਕਰਕੇ ਦਿਖਾ ਦਿੱਤਾ ਵੀ ਜਿੱਥੇ ਗੁਰੂ ਨਾਨਕ ਦਾ ਨਾਮ ਵਰਤਿਆ ਜਾਂਦਾ ਹੈ, ਉੱਥੇ ਸਾਰੀਆਂ ਰਹਿਮਤਾਂ ਹੁੰਦੀਆਂ ਨੇ। ਜੇ ਅੱਜ ਦਿੱਲੀ ਦੇ ਬਾਰਡਰਾਂ ਉੱਤੇ ਭੁੱਖਿਆਂ ਨੂੰ ਰੋਟੀ ਮਿਲੀ ਆ ਤੇ ਜਿੱਦਣ ਉਹਦੇ ਨਾਂ ਤੇ ਗੁਰੂ ਨਾਨਕ ਦੇ ਨਾਂ ਤੇ ਮਿਲੀ ਆ, ਇਹ ਕਿਸੇ ਬੰਦੇ ਨੂੰ ਨਹੀਂ ਕ੍ਰੈਡਿਟ ਦਿੱਤਾ ਜਾ ਸਕਦਾ। ਇਹ ਬਾਬੇ ਨਾਨਕ ਦੀਆਂ ਰਹਿਮਤਾਂ ਨੇ। ਤੇ ਜਿਸ ਦਿਨ ਗੁਰੂ ਨਾਨਕ ਸਾਹਿਬ ਖੁਦ ਸੁਲਤਾਨਪੁਰ ਬੈਠੇ ਹੋਣਗੇ ਤੇ ਬਹੁਤ ਵੱਡੇ ਹੱਟ ਤੇ ਬੈਠੇ ਹੋਣਗੇ। ਅੱਜ ਤੇ ਸਾਨੂੰ ਪੰਜਾਬ ਤੋਂ ਆਟਾ ਖੜਨਾ ਪੈਂਦਾ ਸੀ, ਹੋਰ ਕੁਛ ਵੀ ਬੜਾ ਜਾਂਦਾ ਸੀ ਪੰਜਾਬ ਤੋਂ, ਮੈਂ ਨਾ ਹੀ ਨਾਂ ਲਵਾਂ ਉਹਦਾ। ਰਾਜਸਥਾਨ ਵੱਲੋਂ ਵੀ ਕੁਛ ਆ ਜਾਂਦਾ ਸੀ ਕਾਲਾ ਜਿਹਾ, ਤੇ ਆਨੰਦ ਬੱਝਾ ਸੀ ਉੱਥੇ। ਇਹ ਬਾਬੇ ਨਾਨਕ ਦੇ ਨਾਂ ਤੇ ਚੱਲਿਆ ਕੰਮ। ਤੇ ਜਿਸ ਦਿਨ ਗੁਰੂ ਨਾਨਕ ਸਾਹਿਬ ਵੱਡੇ ਸਾਰੇ ਹੱਟ ਤੇ ਬੈਠੇ ਹੋਏ ਸਨ, ਤੇ ਉਸ ਦਿਨ ਸੁਲਤਾਨਪੁਰ ਵਿੱਚ ਕੋਈ ਭੁੱਖਾ ਰਿਹਾ ਹੋਊਗਾ? ਤੇ ਦੋ ਕੰਮ ਹੋਏ ਨੇ ਸੁਲਤਾਨਪੁਰ ਦੇ ਵਿੱਚ। ਦਰਿਦਰ ਭਾਜ ਈਰਖਾ ਮਟਾਇਓ। ਗੁਰੂ ਨਾਨਕ ਸਾਹਿਬ ਦੇ ਸੁਲਤਾਨਪੁਰ 12-13 ਸਾਲ ਜਿਹੜੇ ਉਹਨਾਂ ਨੇ ਕੱਟੇ ਨੇ, ਤੇ ਉਹਨਾਂ ਦੇ ਉੱਥੇ ਰਹਿੰਦਿਆਂ ਹੋਇਆਂ ਕਿਸੇ ਨੂੰ ਭੁੱਖਿਆ ਨਹੀਂ ਸੌਣਾ ਪਿਆ। ਬਾਹਰ ਨੇ ਹਦਾਇਤ ਕੀਤੀ ਹੋਈ ਸੀ ਵੀ ਜਿਸ ਚੀਜ਼ ਦੀ ਵੀ ਕਿਸੇ ਨੂੰ ਲੋੜ ਆਏ ਉੱਥੇ ਸਾਡੇ ਕੋਲ ਆਓ ਤੇ ਲਓ। ਇਹ ਸੀ ਉਹਨਾਂ ਦੀ ਬਾਹਰੀ ਮਰਜ਼ਾਦਾ। ਕਿਉਂਕਿ ਬੰਦਾ ਸਰੀਰ ਵੀ ਆ ਤੇ ਬੰਦਾ ਮਨ ਵੀ ਆ, ਤੇ ਸਰੀਰ ਨੂੰ ਰੋਟੀ ਦੀ ਲੋੜ ਆ, ਕੱਪੜੇ ਦੀ ਲੋੜ ਆ, ਆਟੇ ਦੀ ਲੋੜ ਆ, ਤੇ ਇਹ ਲੋੜਾਂ ਕੰਮ ਦੇ ਵਿੱਚੋਂ ਪੂਰੀਆਂ ਹੋਣੀਆਂ ਨੇ। ਮੋਦੀ ਕੀ ਕਾਰ ਸ਼੍ਰੀ ਗੁਰੂ ਕਮਾਵੇ। ਕੰਮ ਕਰਦੇ ਨੇ, ਹੱਟੀ ਚਲਾਉਂਦੇ ਨੇ, ਤੇ ਉਹਦੀ ਮਿਹਨਤਾਨੇ ਵਿੱਚੋਂ ਫਿਰ ਗਰੀਬਾਂ ਨੂੰ ਦਿੰਦੇ ਨੇ, ਤੇ ਆਪ ਵੀ ਵਰਤਦੇ ਨੇ। ਤੇ ਮਰਜ਼ਾਦ ਗ੍ਰਸਤ ਧਰਮ ਕੀ ਨਿਭਾਵੇ। ਇਹ ਗ੍ਰਸਤੀ ਦਾ ਧਰਮ ਹੈ, ਵੰਡ ਕੇ ਖਾਣਾ। ਸਿੱਧਾ ਨੇ ਆਖਿਆ, ਬਾਬਾ ਜੀ ਤੁਸੀਂ ਕਹਿੰਦੇ ਹੋ ਮੇਰਾ ਸਿੱਖ ਵੰਡ ਕੇ ਖਾਂਦਾ, ਅਸੀਂ ਅਰਦਾਸ ਵੀ ਕਰਦੇ ਹਾਂ ਨਾ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਵੰਡ ਕੇ ਛਕਣਾ, ਅਸੀਂ ਛਕ ਕੇ ਵੀ ਵੰਡਦੇ ਨਹੀਂ ਹੈ। ਇਹ ਪੁਰਾਤਨ ਗੁਰਸਿੱਖਾਂ ਦੀ ਮਰਜ਼ਾਦਾ ਹੈ, ਪਹਿਲੋਂ ਵੰਡਣਾ ਤੇ ਫਿਰ ਖਾਣਾ ਹੈ। ਤੇ ਇਹ ਜਿਹੜਾ ਨਗਾਰਾ ਵਜਾਉਣਾ ਇਸ ਚੀਜ਼ ਦਾ ਪ੍ਰਤੀਕ ਹੈ। ਕੋਈ ਲੋੜਵੰਦ, ਕੋਈ ਭੁੱਖਾ ਹੈ ਤੇ ਆਓ ਭਾਈ, ਨਗਾਰਾ ਵੱਜਿਆ, ਹੋਈ ਤਿਆਗ ਦੇਗ ਗੁਰ ਸੋਈ। ਨਗਾਰਾ ਇਸ ਗੱਲ ਦਾ ਪ੍ਰਤੀਕ ਹੈ। ਅਸੀਂ ਬਾਦਾਂ ਖਾਵਾਂਗੇ, ਕੋਈ ਲੋੜਵੰਦ, ਕੋਈ ਭੁੱਖਾ ਹੈ ਤੇ ਆਓ ਖਾਓ। ਦੇਤ ਆਵਾਜ਼ਾ ਹੈ ਕੋਈ ਭੁੱਖਾ, ਆਵਾਜ਼ਾਂ ਦਿੰਦੇ ਸੀ। ਜਦੋਂ ਸਿੱਖ ਜੰਗਲਾਂ 'ਚ ਰਹਿੰਦੇ ਸੀ ਉਦੋਂ ਨਗਾਰਾ ਨਹੀਂ ਸੀ ਹੁੰਦਾ ਕੋਲ, ਤੇ ਰੁੱਖ ਦੇ ਉੱਤੇ ਚੜ੍ਹ ਕੇ ਆਵਾਜ਼ ਦਿੰਦੇ ਸੀ ਪਏ ਕਿ ਲੋੜਵੰਦ ਹੈ ਤੇ ਉਹ ਆਣ ਕੇ ਗੁਰੂ ਕੀ ਦੇਗ ਛਕ ਸਕਦਾ ਹੈ। ਉਸ ਸਮੇਂ ਵੈਰੀ ਕਿਵੇਂ ਆਵੇ। ਰਤਨ ਸਿੰਘ ਭੰਗੂ ਜੀ ਹੋਣੀ ਲਿਖਦੇ ਨੇ ਵੀ ਉਸ ਸਮੇਂ ਕੋਈ ਵੈਰੀ ਵੀ ਆ ਜਾਂਦਾ ਸੀ ਜਦੋਂ ਕੋਈ ਦੇਗ ਤਿਆਰ ਕਰਦੇ ਸੀ ਸਿੱਖ ਲੰਗਰ। ਵੈਰੀ ਨੂੰ ਵੀ ਕੀ ਕਰਦੇ ਸੀ, ਪਰਮ ਮੀਤ ਜਾਣਤਾ ਹੈ ਛਕਾਵੇ। ਸੰਗਤ ਵਿੱਚ ਤੇ ਪੰਗਤ ਵਿੱਚ ਵੈਰ ਨਹੀਂ ਚੱਲਦਾ। ਸੰਗਤ ਤੇ ਪੰਗਤ ਵੈਰ ਮਿਟਾਉਣ ਵਾਸਤੇ ਬਾਬੇ ਨੇ ਬੱਧੀ ਹੋਈ ਹੈ। ਅੱਜ ਸੰਗਤਾਂ ਵਿੱਚ ਵੀ ਈਰਖਾ ਤੇ ਪੰਗਤ ਵਿੱਚ ਵੀ ਈਰਖਾ ਚੱਲਦੀ ਹੈ, ਤੇ ਵੱਖਰੀਆਂ ਵੱਖਰੀਆਂ ਪੰਗਤ ਲੱਗਣੀ, ਵੱਖਰੀ ਵੱਖਰੀ ਸੰਗਤ ਬਹਿਣੀ। ਇਹ ਈਰਖਾ ਸਾਡੀ ਮਿੱਟੀ ਨਹੀਂ ਹੈ।
ਉਹ ਸਮੇਂ ਵੈਰੀ ਕਿਵੇਂ ਆਵੇ। ਜਦੋਂ ਆਵਾਜ਼ਾਂ ਦੇਤਾ ਸਿੱਖ ਨੇ ਵੀ ਲੰਗਰ ਤਿਆਰ ਹੋਇਆ ਹੈ, ਨਗਾਰਾ ਵਜਾ ਦਿੱਤਾ, ਤੇ ਭੁੱਖ ਤਾਂ ਵੈਰੀ ਨੂੰ ਵੀ ਲੱਗਦੀ ਹੈ, ਭੁੱਖ ਮਿੱਤਰਾਂ ਨੂੰ ਵੀ ਲੱਗਦੀ ਹੈ ਤੇ ਭੁੱਖ ਵੈਰੀ ਨੂੰ ਵੀ ਲੱਗਦੀ। ਭੁੱਖ ਤਾਂ ਇੱਕ ਧਰਮ ਹੈ, ਸਰੀਰ ਦੀ ਭੁੱਖ ਤਾਂ ਹਰ ਇੱਕ ਨੂੰ ਲੱਗਣੀ ਹੈ। ਉਸ ਸਮੇਂ ਵੈਰੀ ਕਿਵੇਂ ਆਵੇ। ਕੋਈ ਵੈਰੀ ਆ ਗਿਆ ਸਿੱਖਾਂ ਦਾ, ਕਿਉਂ ਕਹਿੰਦੇ ਪਤਾ ਪਤਾ ਸਿੱਖਾਂ ਦਾ ਵੈਰੀ। ਪਰਮ ਮੀਤ ਕਰ ਤਹੇ ਛਕਾਵੇ। ਅੱਜ ਦਿੱਲੀ ਦੇ ਬਾਰਡਰਾਂ ਤੇ ਨਹੀਂ ਸਿੱਖਾਂ ਲੋਕਾਂ ਨੇ ਛਕਿਆ, ਇਹ ਜੰਗਲਾਂ 'ਚ ਹੀ ਮਰਜ਼ਾਦਾ ਚੱਲਦੀ ਰਹੀ ਸਾਡੀ ਦਾ। ਜਿੱਥੇ ਗੁਰੂ ਅਮਰਦਾਸ ਨੇ ਗੋਂਦਵਾਲ ਮਰਜ਼ਾਦਾ ਬੱਧੀ ਹੋਈ ਸੀ, ਭਾਵੇਂ ਰਾਜਾ ਆਵੇ ਤੇ ਭਾਵੇਂ ਭਿਖਾਰੀ ਆਵੇ, ਉਹ ਪੰਗਤ ਵਿੱਚੋਂ ਪਹਿਲੋਂ ਹਾਜ਼ਰੀ ਲਵਾਵੇ, ਤਾਂ ਕਿ ਈਰਖਾ ਦਵੈਸ਼ ਨੂੰ ਮਿਟਾਇਆ ਜਾ ਸਕੇ। ਸੰਗਤ ਦਰ ਪੰਗਤ ਇਹ ਦੋ ਗੱਲਾਂ ਨੇ ਜਿੱਥੇ ਅਸੀਂ ਆਪਾ ਮਿਟਾ ਕੇ ਇੱਕ ਹੋ ਸਕਦੇ ਹਾਂ। ਉਸ ਸਮੇਂ ਵੈਰੀ ਕਿਵੇਂ ਆਵੇ, ਪਰਮ ਮੀਤ ਕਰ ਤਾਹੀਂ ਛਕਾਵੇ। ਤੇ ਜੇ ਥੋੜਾ ਜਿਹਾ ਬਣਾਇਆ ਸੀ ਤਾਂ ਵੈਰੀ ਖਾ ਗਿਆ, ਤੇ ਹੁਣ ਜਿਹਨੇ ਬਣਾਇਆ ਉਹ ਕੀ ਖਾਊਗਾ ਫਿਰ। ਜਿਸਨੇ ਵਾਜਾ ਦਿੱਤਾ ਸੀ ਵੀ ਆਓ ਤਿਆਗ ਦੇਗ ਗੁਰ ਹੋਈ, ਗੁਰੂ ਦੀ ਦੇਗ ਤਿਆਰ ਹੈ ਭਾਈ, ਤੇ ਜਿਹੜਾ ਆਇਆ ਉਹ ਸਾਰਾ ਹੀ ਖਾ ਗਿਆ। ਤੇ ਜਿਹਨੇ ਬਣਾਇਆ, ਆਵਾਜ਼ਾਂ ਦਿੱਤਾ ਗੁਰੂ ਦੇ ਨਾਮ ਦਾ, ਨਗਾਰਾ ਵਜਾਇਆ ਜਿਸਨੇ ਗੁਰੂ ਦੇ ਨਾਮ ਦਾ, ਉਹ ਕੀ ਕਰੂਗਾ ਹੁਣ। ਉਸ ਸਮੇਂ ਵੈਰੀ ਕਿਵੇਂ ਆਵੇ, ਪਰਮ ਮੀਤ ਕਰਤਾ ਹੈ ਸ਼ਿਕਾਏ। ਬਚੇ ਤਾਂ ਆਪ ਸ਼ਿਕਾਏ ਹੈ, ਜੇ ਬਚ ਗਿਆ। ਇਹ ਮਰਜ਼ਾਦਾ 'ਚ ਐਵੇਂ ਸ਼ਬਦ ਨਹੀਂ ਕੋਡ ਕੀਤਾ ਗਿਆ ਕਿ ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ। ਹਾਂਜੀ, ਲੋਭੀ ਥੋੜਾ ਦੇਗ ਚਲਾ ਸਕਦਾ ਹੈ, ਕੋਈ ਸੰਤੋਖੀ ਦੇਗ ਚਲਾ ਸਕਦਾ ਹੈ। ਤੇ ਤੇਗ ਕੋਈ ਡਰਪੋਕ ਥੋੜਾ ਚਲਾ ਸਕਦਾ ਹੈ। ਕੋਈ ਸੂਰਮਾ ਤੇਗ ਚਲਾਉਂਦਾ ਹੈ ਤੇ ਦਾਨੀ ਬੰਦਾ ਦੇਗ ਚਲਾਉਂਦਾ ਹੈ। ਲੋਭੀ ਦੇਗ ਕਿਵੇਂ ਚਲਾਏਗਾ? ਜਿਹੜਾ ਹੱਥੋਂ ਨਹੀਂ ਕੁਝ ਦੇ ਸਕਦਾ ਉਹ ਦੇਗ ਕਿਵੇਂ ਚਲਾ ਲੇਗਾ ਗੁਰੂ ਦੇ ਨਾਮ ਦੀ। ਤੇ ਜਿਹੜਾ ਡਰਪੋਕ ਹੈ ਉਹ ਤੇਗ ਕਿਵੇਂ ਚਲਾ ਲੇਗਾ? ਜਿਹਨਾਂ ਨਾਮ ਜਪਿਆ, ਨਾਮ ਜਪਣ ਦੇ ਨਾਲ ਬਰਕਤਾਂ ਆਉਂਦੀਆਂ ਨੇ, ਰਹਿਮਤਾਂ ਆਉਂਦੀਆਂ ਨੇ। ਅੱਜ ਵੀ ਕੋਈ ਕਹਿ ਰਿਹਾ ਸੀ, ਕੱਲ ਵੀ ਕਹਿ ਰਿਹਾ ਸੀ ਇੱਕ ਨੌਜਵਾਨ ਮੁੰਡਾ, ਉੱਥੇ ਜਿਹੜੀ ਦਿੱਲੀ ਬਾਰਡਰ ਤੇ ਪਾਲਸ ਦੀ ਸੇਵਾ ਕਰਦੇ ਸੀ। ਅਸੀਂ ਗੁਰਦੁਆਰੇ ਵਾਲੇ ਹੁਣ ਜਿਹੜੇ ਗੁਰਦੁਆਰੇ ਸੰਗਤਾਂ ਆਉਂਦੀਆਂ ਸੀ, ਉਹਨਾਂ ਦੇ ਜੋੜੇ ਤਾਂ ਪਾਲਸ ਹੁੰਦੇ ਵੇਖੇ ਸਨ ਵੀ ਗੁਰੂ ਦੇ ਦਰ ਨੂੰ ਜਿਹੜੇ ਚਰਨ ਚੱਲ ਕੇ ਆਏ ਨੇ, ਜਿਹੜੇ ਜੋੜੇ ਪੈਰ ਆਪਣੇ ਜੁੱਤੀਆਂ ਚੱਲ ਕੇ ਆਈਆਂ ਨੇ, ਉਹਨਾਂ ਨੂੰ ਪਾਲਿਸ਼ ਕਰਦੇ ਰਹੇ ਸਿੱਖ ਤਾਂ। ਪਰ ਇਹ ਪਹਿਲੀ ਵਾਰੀ ਹੋਇਆ ਕਿ ਕਿਤੇ ਦਿੱਲੀ ਦੇ ਬਾਰਡਰ ਤੇ ਬੈਠ ਕੇ ਆਮ ਲੋਕਾਂ ਦੀਆਂ ਜੁੱਤੀਆਂ ਪਾਲਿਸ਼ ਕੀਤੀਆਂ ਸਿੱਖਾਂ ਨੇ। ਇਹ ਪਹਿਲੀ ਵਾਰੀ ਹੋਇਆ। ਤੇ ਮੈਂ ਕਹਿ ਰਿਹਾ ਸੀ ਇਹ ਕਿਉਂ ਹੋਇਆ? ਉਹ ਕਹਿ ਰਿਹਾ ਵੀ ਅਸੀਂ ਇੱਥੇ ਬੈਠਿਆਂ ਹੋਇਆ, ਸਾਨੂੰ ਕੋਈ ਮੁਸ਼ਕਲ ਆਈ ਆ ਤੇ ਆਪਣੇ ਆਪ ਹੱਲ ਹੋ ਗਈ ਹੈ। ਜੇ ਕੋਈ ਰੰਗ ਮੁੱਕ ਗਿਆ ਜੁੱਤੀਆਂ ਪਾਲਿਸ਼ ਕਰਨਾ ਤੇ ਆਪੇ ਮਾਹਰ ਨੇ ਕਿਤੋਂ ਭੇਜ ਦਿੱਤਾ। ਕਹਿੰਦਾ ਜਦੋਂ ਚਾਹ ਪੱਤੀ ਮੁੱਕ ਗਈ ਰਾਤ ਨੂੰ ਤੇ ਪਤਾ ਨਹੀਂ ਕਿੱਥੋਂ ਚਾਹ ਪੱਤੀ ਵੀ ਆ ਗਈ। ਇਹ ਕਿੱਥੇ ਹੁੰਦਾ? ਇਹ ਉੱਥੇ ਹੁੰਦਾ ਜਿੱਥੇ ਗੁਰੂ ਦਾ ਨਾਮ ਵਰਤਿਆ ਜਾਵੇ, ਤੇ ਜਿੱਥੇ ਗੁਰੂ ਦਾ ਨਾਮ ਹੋਵੇ ਉੱਥੇ ਕੋਈ ਘਾਟਾ ਪੈ ਜਾਵੇ, ਟੋਟ ਨਾ ਆਵੇ ਵਾਧੂ ਜਾਈ। ਹਾਂਜੀ, ਰਲ ਮਿਲ ਖਰਚੇ ਭਾਈ, ਟੋਟ ਨਾ ਆਵੇ ਵਾਧੂ ਜਾਈ। ਇਹ ਕਿੱਥੇ ਹੁੰਦਾ ਹੈ? ਜਿੱਥੇ ਬਾਬੇ ਦਾ ਨਾਮ ਚੱਲਦਾ ਹੈ, ਉੱਥੇ ਰਿੱਧੀਆਂ ਸਿੱਧੀਆਂ ਕਰਾਮਾਤਾਂ ਹੁੰਦੀਆਂ ਨੇ, ਉੱਥੇ ਕੋਈ ਘਾਟਾ ਆਉਂਦਾ ਹੀ ਨਹੀਂ ਗਾ। ਹਾਂ, ਉੱਥੇ ਬੈਠਾ ਬੰਦਾ ਲੋਭੀ ਨਹੀਂ ਹੋਣਾ ਚਾਹੀਦਾ ਜਿਹੜਾ ਉਸ ਨੂੰ ਚਲਾ ਰਿਹਾ। ਅਗਰ ਉਸਦੇ ਅੰਦਰ ਲੋਭ ਹੈ ਤੇ ਘਾਟਾ ਪੈ ਜਾਣਾ ਹੈ। ਉਹ ਸਬਰ ਸੰਤੋਖੀ ਹੈ ਤੇ ਫਿਰ ਕੋਈ ਘਾਟਾ ਨਹੀਂ ਹੈ। ਤੇ ਜਿਨ੍ਹਾਂ ਨਾਮ ਜਪਿਆ ਉਹਨਾਂ ਨੇ ਕੀ ਕੀਤਾ? ਫਿਰ ਉਹਨਾਂ ਨੇ ਵੰਡ ਕੇ ਛਕਿਆ। ਪਹਿਲਾ ਨਾਮ ਹੀ ਹੈ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਤੇ ਵੰਡ ਕੇ ਛਕਿਆ ਕਿਵੇਂ? ਦੇਗ ਚਲਾਈ। ਉਹਨਾਂ ਨੇ ਗਰੀਬ ਗੁਰੂਬੀ ਨੂੰ ਭੋਜਨ ਛਕਾਇਆ। ਵੰਡ ਕੇ ਛਕਣ ਦਾ ਮਤਲਬ ਲਈ ਇਹ ਹੈ। ਤੇਗ ਵਾਹੀ। ਤੇ ਜਿਨ੍ਹਾਂ ਨਾਮ ਜਪਿਆ ਉਹਨਾਂ ਨੇ ਦੇਗ ਚਲਾਈ ਤੇ ਉਹਨਾਂ ਹੀ ਤੇਗ ਵਾਹੀ। ਫਿਰ
ਤੇ ਦੇਖ ਕੇ ਅੰਡਠ ਕੀਤਾ। ਕਿਸੇ ਦੇ ਗੁਨਾਹ ਪਾਪ ਨੂੰ ਵੇਖ ਕੇ ਉਹਨੂੰ ਅਣਡਿੱਠਿਆਂ ਕਰ ਦਿੱਤਾ ਹੈ, ਉਸ ਨੂੰ ਮਾਫ ਕਰ ਦਿੱਤਾ ਹੈ। ਇਹ ਨਹੀਂ ਕਿਸੇ ਦਾ ਮਾੜਾ ਮੋਟ ਕੋਈ ਗੁਨਾਹ ਦੇਖਿਆ ਤੇ ਅੰਦਰ ਈਰਖਾ ਨਾਲ ਸਾੜੇ ਨਾਲ ਭਰ ਗਏ। ਅਰਦਾਸ ਤਾਂ ਅਸੀਂ ਰੋਜ਼ ਕਰਦੇ ਹਾਂ, ਜਿਨ੍ਹਾਂ ਦੇਖ ਕੇ ਅਣਡਿੱਠ ਕੀਤਾ। ਕਿਸੇ ਦਾ ਮਾੜਾ ਜਿਹਾ ਗੁਨਾਹ ਦੇਖ ਲਓ, ਵਟਸਐਪ 'ਤੇ ਪਾ ਦਿੰਦੇ ਨੇ, ਫੇਸਬੁੱਕ 'ਤੇ ਚਾੜ ਦਿੰਦੇ ਨੇ, ਹਾਂਜੀ, ਉਹਦੀ ਪੂਰੀ ਡੋਡੀ ਪਿੱਟਦੇ ਨੇ। ਤੇ ਅਰਦਾਸ ਪਏ ਕਰਦੇ ਨੇ ਕਿ ਜਿਨ੍ਹਾਂ ਦੇਖ ਕੇ ਅੰਡਠ ਕੀਤਾ। ਜਿਨ੍ਹਾਂ ਨਾਮ ਜਪਿਆ, ਉਹਨਾਂ ਵੰਡ ਕੇ ਛਕਿਆ, ਉਹਨਾਂ ਹੀ ਦੇਗ ਚਲਾਈ, ਉਹਨਾਂ ਹੀ ਤੇਗ ਵਾਈ, ਉਹਨਾਂ ਹੀ ਦੇਖ ਕੇ ਅੰਡਠ ਕੀਤਾ। ਤਿੰਨਾਂ ਪਿਆਰਿਆਂ ਉਹੀ ਪਿਆਰੇ ਹੋਏ, ਫਿਰ ਉਹੀ ਸਚਿਆਰੇ ਹੋਏ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਦਾ ਨਾਮ, ਉਹਨਾਂ ਦੀ ਕਮਾਈ ਨੂੰ ਸਲਾਮ ਕੀਤੀ ਗਈ ਹੈ। ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਉਹਨਾਂ ਦੀ ਇਸ ਵੰਡ ਕੇ ਛਕਣ ਵਾਲੀ ਕਮਾਈ ਨੂੰ, ਦੇਗ ਚਲਾਉਣ ਵਾਲੀ ਕਮਾਈ ਨੂੰ, ਤੇਗ ਵਾਹੁਣ ਵਾਲੀ ਕਮਾਈ ਨੂੰ ਦੇਖ ਕੇ ਅੰਡਠ ਕਰਨ ਵਾਲੀ ਕਮਾਈ ਦਾ ਧਿਆਨ ਧਰੋ। ਤੇ ਧਿਆਨ ਧਰਦਿਆਂ ਹੋਇਆ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਉਸ ਸਮੇਂ ਵੈਰੀ ਕਿਵੇਂ ਆਵੇ, ਪਰਮ ਮੀਤ ਕਰਤਾ ਹੈ ਸ਼ਿਕਾਏ। ਜੇ ਸਿੱਖ ਜੰਗਲਾਂ ਵਿੱਚ ਇਹ ਗੁਰੂ ਦੇ ਨਾਮ ਦੀ ਦੇਗ ਚਲਾ ਕੇ ਤੇ ਭੁੱਖਿਆਂ ਨੂੰ ਛਕਾਉਂਦਾ ਰਿਹਾ, ਤੇ ਗੁਰੂ ਨਾਨਕ ਸਾਹਿਬ ਵੱਡੇ ਹੱਠ ਤੇ ਬੈਠ ਕੇ ਦੇਗ ਨਹੀਂ ਸੀ ਚਲਾਉਂਦੇ। ਬੜੀ ਬੜੀ ਅਮੀਰ ਦੁਨੀਆ ਧਰਤੀ ਤੇ ਬੜੇ ਬੜੇ ਅਮੀਰ ਧਰਮ ਸਿੱਖ ਧਰਮਾਂ ਨਾਲੋਂ ਬੈਠੇ ਹੋਏ ਨੇ, ਪਰ ਕਿਸੇ ਧਰਮ ਸਥਾਨ ਤੇ ਲੰਗਰ ਨਹੀਂ ਚੱਲਦਾ ਜੀ। ਕਰੋੜਾਂ ਲੋਕ ਮੱਕੇ ਨੂੰ ਜਾਂਦੇ ਨੇ, ਉੱਥੇ ਇੱਕ ਰੋਟੀ ਨਹੀਂ ਪੱਕਦੀ ਮੱਕੇ ਦੇ ਵਿੱਚ, ਆਪਣੀਆਂ ਪਕਾਉਣੀਆਂ ਪੈਂਦੀਆਂ ਨੇ। ਤੇ ਅਰਬਾਂ ਖਰਬਾਂ ਪਤੀ ਉਹਨਾਂ ਦੇ ਸੇਖ ਨੇ ਜਿਹੜੇ ਮੁਸਲਮਾਨ ਨੇ, ਪਰ ਰੱਬ ਦੀਆਂ ਗੁਰੂ ਦੀਆਂ ਬਖਸ਼ਾਂ ਤੋਂ ਬਿਨਾਂ ਦੇਗਾਂ ਕਿਵੇਂ ਚੱਲ ਜਾਣਗੀਆਂ। ਆ ਪਿੱਛੇ ਜੇ ਅਸੀਂ ਗਏ ਗੁਰਦੁਆਰਾ ਸਾਹਨੇਵਾਲ, ਜਿਹੜਾ ਲੁਧਿਆਣੇ ਤੋਂ ਜਦੋਂ ਆਪਾਂ ਜਾਂਦੇ ਹਾਂ ਨਾ ਖੰਨੇ ਨੂੰ, ਉੱਥੇ ਸਾਹਨੇਵਾਲ ਇੱਕ ਕਸਬਾ ਹੈ ਸੜਕ ਦੇ ਉੱਤੇ, ਤੇ 10ਵੇਂ ਪਾਤਸ਼ਾਹ ਉੱਥੇ ਬੈਠੇ। ਜਦੋਂ ਚਮਕੌਰ ਤੋਂ ਨਿਕਲ ਕੇ ਆਏ ਨਾ, ਮਹਾਰਾਜ ਉੱਚ ਦੇ ਪੀਰ ਬਣੇ ਹੋਏ ਨੇ, ਤੇ ਉੱਥੇ ਬੈਠੇ ਮਹਾਰਾਜ ਸੱਚੇ ਪਾਤਸ਼ਾਹ। ਤੇ ਦਾਤਨ ਕਰਕੇ ਮਹਾਰਾਜ ਨੇ ਉੱਥੇ ਦਾਤਨ ਗੱਡ ਦਿੱਤੀ, ਤੇ ਉਹ ਦਾਤਨ ਮੁੜ ਕੇ ਰੁੱਖ ਬਣਿਆ। ਉਹ ਦਾਤਨ ਸੀ ਰੇਰੂ ਦੀ, ਆ ਪਹਾੜੀ ਆ ਜਿਹੜੀ ਕਿੱਕਰ ਨਹੀਂ ਹੁੰਦੀ, ਇਸ ਤਰ੍ਹਾਂ ਦਾ ਉਹ ਰੁੱਖ ਆਪਾਂ ਰੇਰੂ ਸਾਹਿਬ, ਉੱਥੇ ਗੁਰਦੁਆਰਾ ਰੇਰੂ ਸਾਹਿਬ ਹੈ। ਉਹ ਸਮਾਂ ਸੀ ਜਿੱਦਣ ਮਹਾਰਾਜ ਨੂੰ ਕੋਈ ਪਾਣੀ ਨਹੀਂ ਸੀ ਪੀਣ ਨੂੰ ਦਿੰਦਾ, ਆਉਂਦੇ ਸੀ ਇਹਦੇ ਪਿੱਛੇ ਫੌਜ ਲੱਗੀ ਹੋਈ ਆ। ਉਹ ਦਿਨ ਸੀ, ਆਉਣ ਵਾਲੇ ਸਮੇਂ 'ਚ ਆਉਣੇ ਆ ਦਿਨ, ਜਿੱਦਣ ਮਹਾਰਾਜ ਦੇ ਢੀਮ ਦੇ ਸਰਾਣਾ ਲੈ ਕੇ ਮਾਰੇ ਰਾਤ ਕੱਟੀ ਹੈ। ਕੋਲ ਕੱਖ ਨਹੀਂ ਹੈ, ਕੌਲੀ ਤੱਕ ਨਹੀਂ ਹੈ, ਗਲਾਸ ਤੱਕ ਨਹੀਂ ਹੈ। ਪਰ ਅੱਜ ਉਸ ਗੁਰਦੁਆਰੇ ਜਾ ਕੇ ਦੇਖੋ, ਸਾਹਨੇਵਾਲ ਰੇਰੂ ਸਾਹਿਬ ਗੁਰਦੁਆਰਾ ਹੈ, ਇੱਕ ਬਹੁਤ ਵੱਡਾ ਹਾਲ ਹੈ, ਤੇ ਹਾਲ ਦੇ ਨੁਕਰੇ ਬਹੁਤ ਵੱਡੇ ਵੱਡੇ ਪਤੀਲੇ ਪਏ ਹੋਏ ਨੇ, ਬਹੁਤ ਵੱਡੇ ਵੱਡੇ ਪਤੀਲੇ। ਇਹ ਕਿੱਥੋਂ ਬਖਸ਼ਾਂ ਆਈਆਂ ਨੇ? ਇਹ ਬਾਬੇ ਨਾਨਕ ਨੇ ਬੀਜਿਆ ਹੋਇਆ ਹੈ। ਦੇਗ ਹੱਥਾਂ ਤੇ ਥੋੜਾ ਬਣਨੀ ਹੈ, ਦੇਗ ਪਤੀਲਿਆਂ 'ਚ ਰਿੱਝਦੀ ਹੁੰਦੀ ਹੈ। ਤੇ ਬੜਾ ਮਨ ਬਸਮਾਦ 'ਚ ਗਿਆ ਸੱਚੇ ਪਾਤਸ਼ਾਹ, ਜਿੱਦਣ ਤੁਸੀਂ ਇੱਥੋਂ ਦੇ ਲੰਘ ਰਹੇ ਸੀ, ਤੁਹਾਡੇ ਕੋਲ ਇੱਕ ਕੌਲੀ ਬਣੀ ਸੀ, ਤੁਹਾਡੇ ਕੋਲ ਪਾਣੀ ਪੀਣ ਵਾਸਤੇ ਬਣੀ ਸੀ, ਤੁਸੀਂ ਬੁੱਕ ਨਾਲ ਪਾਣੀ ਪੀਂਦੇ ਰਹੇ ਨੇ। ਤੇ ਅੱਜ ਬਹੁਤ ਵੱਡੇ ਵੱਡੇ ਉੱਥੇ ਪਤੀਲੇ ਪਏ ਨੇ, ਹਾਲ ਭਰਿਆ ਪਿਆ ਪਤੀਲਿਆਂ ਦੇ ਨਾਲ। ਮੈਂ ਕਹਿ ਰਿਹਾ ਸੀ ਬੜੇ ਅਮੀਰ ਲੋਕ ਨੇ ਧਰਤੀ ਉੱਤੇ, ਬੜੇ ਅਮੀਰ ਧਰਮ ਨੇ ਸਿੱਖ ਧਰਮ ਨਾਲੋਂ ਵੀ, ਪਰ ਕਿਸੇ ਧਰਮ ਸਥਾਨ ਤੇ ਦੇਗ ਨਹੀਂ ਜੇ ਚੱਲਦੀ। ਇੱਕ ਗੁਰਦੁਆਰੇ ਨੂੰ ਛੱਡ ਕੇ ਦੁਨੀਆ ਉੱਤੇ ਕਿੰਨੇ ਧਰਮ ਨੇ, ਕਿਸੇ ਵੀ ਧਰਮ ਦੇ ਕੋਲ ਦੇਸੀ ਘਿਓ ਦੀ ਦੇਗ ਨਹੀਂ ਹੈਗੀ। ਤੇ ਪਤਾ ਨਹੀਂ ਕਿੰਨੇ ਕੁਇੰਟਲ ਰੋਜ਼ ਦਾ ਘਿਓ ਲੱਗਦਾ ਬਾਬੇ ਨਾਨਕ ਦੇ ਦਰ ਤੇ। ਲੋਕੀ ਲੂਣ ਨੂੰ ਰੋਂਦੇ ਨੇ। ਆ ਬਿਆਸਾ ਵਾਲੇ ਕਹਿੰਦੇ ਸਾਡੇ 20 ਕਿਲੋ ਤੋੜਾ ਇੱਕ ਲੂਣ ਦਾ ਲੱਗਦਾ ਹੈ। ਤੋੜਾ ਲੂਣ ਦਾ ਕਿੰਨੇ ਦਾ ਹੋਊਗਾ? 200 ਦਾ ਹੋਊਗਾ, ਔਰ ਕਿੰਨੇ ਕੁ ਦਾ ਹੋਊਗਾ?
ਤਾਂ 300 ਦਾ ਹੋਊਗਾ। ਇੱਕ ਤੋੜਾ ਲੂਣ ਦਾ ਲੱਗਦਾ ਬਿਆਸਾ ਵਾਲਿਆਂ ਦੇ। ਉਹਨਾਂ ਪਾਈਏ ਦੀ ਦੇਗ ਬਣਾ ਕੇ ਦੇ ਇੱਥੇ ਲੋਕਾਂ ਨੂੰ, ਫਿਰ ਪਤਾ ਲੱਗੂ ਤੈਨੂੰ। ਇੱਥੇ ਵੇਰਕੇ ਤੋਂ ਸਿੱਧਾ ਹੀ ਟਰੱਕ ਭਰ ਕੇ ਦੇਸੀ ਘਿਓ ਦਾ ਜਾਂਦਾ ਗੁਰੂ ਰਾਮਦਾਸ ਦੇ ਲੰਗਰ ਵਾਸਤੇ, ਟਰੱਕ। ਉਹ ਡੱਬੇ ਨਹੀਂ ਕਿਲੋ ਦੇ, ਟਰੱਕ ਭਰ ਕੇ ਜਾਂਦਾ ਹੈ। ਇਹ ਰਹਿਮਤਾਂ ਨੇ ਬਾਬੇ ਨਾਨਕ ਦੀਆਂ। ਉਸ ਸਮੇਂ ਵੈਰੀ ਕਿਵੇਂ ਆਵੇ। ਇਹ ਮੈਂ ਕਹਿ ਰਿਹਾ ਆਪਣੇ ਵੱਡਿਆਂ ਪੁਰਖਾਂ ਕੋ ਬਖਸ਼ਾ ਹੋਣ ਤੇ ਉਹ ਗਾਂ ਫੇ ਵਾਧੀਆਂ ਫੁੱਲਦੀਆਂ ਨੇ। ਤੇ ਕਿਸੇ ਵੀ ਧਰਮ ਸਥਾਨ ਉੱਤੇ ਤੁਹਾਨੂੰ ਕੋਈ ਪਾਈਆ ਦੇਸੀ ਘਿਓ ਦੀ ਕੜਾਹ ਨਹੀਂ ਮਿਲ ਕਰਕੇ ਖਵਾ ਸਕਦਾ, ਪਰ ਬਾਬੇ ਨਾਨਕ ਦੇ ਤੇ ਦਰ ਤੇ ਦੇਸੀ ਚੱਲਦਾ ਹੀ ਦੇਸੀ। ਚਲੋ ਹੁਣ ਮੈਂ ਉਦੋਂ ਵੀ ਕਿਹਾ ਸੀ ਵੀ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਹਾੜਾ ਲੰਘਿਆ। ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਜੀ ਚਾਂਦਨੀ ਚੌਂਕ ਵਿੱਚ ਸਭ ਤੋਂ ਦੁਨੀਆ ਦਾ ਵੱਡਾ ਸਾਕਾ ਵਰਤਿਆ। ਸਿੱਖ ਗੁਰਦੁਆਰੇ ਨਹੀਂ ਆਇਆ। ਤੇ ਕੱਲ੍ਹ ਨੂੰ ਸਿਆਪਾ ਕਰਨ ਵਾਸਤੇ ਸੰਗਰਾਂਦ ਦਾ ਇਹਨਾਂ ਨੇ ਆਉਣਾ ਗੁਰਦੁਆਰੇ। ਇਹ ਪਤਾ ਨਹੀਂ ਸੰਗਰਾਂਦ ਦਾ ਸਿਆਪਾ ਇਹਨਾਂ ਨੇ ਕਿਉਂ ਗਲ 'ਚ ਪਾਇਆ ਹੋਇਆ ਹੈ। ਇਹ ਸਿਆਪਾ ਮੁੱਕੂਗਾ ਤੇ ਫੇਰ ਹੀ ਆਪਣੇ ਗੁਰੂ ਦੇ ਦਿਨਾਂ ਨੂੰ ਯਾਦ ਕਰੂਗਾ। ਸਿਆਪਾ ਦੇ ਨੇ ਸੰਗਰਾਂਦ ਦਾ ਛੇੜਿਆ ਹੋਇਆ। ਕੱਲ੍ਹ ਨੂੰ 15 ਤਰੀਕ ਆ ਤੇ ਪਵਿੱਤਰ ਸੰਗਰਾਂਦ ਦਾ ਦਿਹਾੜਾ। ਇਹ ਸਿਆਪਾ ਕਿਉਂ ਪਾ ਲਿਆ ਕੌਮ ਨੇ ਗੱਲ ਵਿੱਚ। ਇਹ ਜਿੰਨਾ ਚਿਰ ਇਹ ਫੋਕਟ ਕਰਮ ਨਹੀਂ ਨਾ ਛੱਡਦੇ, ਉਹਨਾਂ ਚਿਰ ਅਸੀਂ ਆਪਣੇ ਗੁਰੂ ਦੇ ਦਿਹਾੜੇ ਨਹੀਂ ਜੀ ਮਨਾ ਸਕਦੇ। ਉਸ ਸਮੇਂ ਵੈਰੀ ਕਿਵੇਂ ਆਵੈ, ਪਰਮ ਮੀਤ ਕਰ ਤਾਹੀਂ ਸ਼ਿਕਾਵੈ। ਬਚੇ ਤਾਂ ਆਪ ਸ਼ਿਕਾਏ ਹੈ, ਜੇ ਬਚ ਗਿਆ ਤਾਂ ਖਾਣਾ ਹੈ। ਉਸੀ ਗੱਲ ਨੂੰ ਅਰਦਾਸ ਵਿੱਚ ਸ਼ਾਮਲ ਕੀਤਾ, ਜਿੰਨਾ ਵੰਡ ਕੇ ਬਚਿਆ ਤੇ ਛਕਿਆ, ਨਹੀਂ ਤਾਂ ਨਹੀਂ ਛਕਿਆ। ਤੇ ਇੱਕ ਹੋਰ ਗੱਲ ਜੀ, ਬੜੀ ਪਤੇ ਦੀ ਗੱਲ ਹੈ। ਜਦੋਂ ਬੰਦਾ ਵੰਡਣ ਦੀ ਭਾਵਨਾ ਅੰਦਰ ਰੱਖਦਾ ਹੈ ਨਾ, ਉਹਨੂੰ ਖੁਦ ਨੂੰ ਭੁੱਖ ਨਹੀਂ ਲੱਗਦੀ। ਕਿਉਂ ਨਹੀਂ ਲੱਗਦੀ ਭੁੱਖ? ਕਿ ਉਹਨੂੰ ਵੰਡ ਕੇ ਬਹੁਤ ਵੱਡਾ ਆਨੰਦ ਤੇ ਬਹੁਤ ਵੱਡਾ ਖੁਸ਼ੀ ਮਿਲਦੀ ਆ। ਖੁਸ਼ੀ ਤੇ ਆਨੰਦ ਅੰਦਰਲੀ ਭੁੱਖ ਨੂੰ ਮਿਟਾ ਦਿੰਦੀ ਹੈ। ਮੈਂ ਫੇਰ ਕਹਿ ਦਿਆਂ, ਵੰਡ ਕੇ ਖਾਣ ਵਾਲੇ ਨੂੰ ਭੁੱਖ ਨਹੀਂ ਜੇ ਲੱਗਦੀ। ਜੇ ਬਚੇ ਤੇ ਆਪ ਸ਼ਿਕਾਇ ਹੈ, ਨਹੀਂ ਤੋ ਲੰਗਰ ਮਸਤ ਬਤਾਏ ਹੈ। ਬਚਿਆ ਤੇ ਖਾਣਾ, ਨਹੀਂ ਤੇ ਨਹੀਂ ਖਾਣਾ। ਤੇ ਫਿਰ ਕੀ ਭੁੱਖੇ ਮਰ ਜਾਂਦੇ ਸਨ ਉਹ? ਨਹੀਂ, ਵੰਡ ਕੇ ਖਾਣ ਵਾਲੇ ਨੂੰ ਭੁੱਖ ਲੱਗਦੀ ਨਹੀਂ ਹੈ। ਕਿਉਂ? ਵੰਡਣ ਨਾਲ ਆਨੰਦ ਮਿਲਦਾ ਏ। ਅੱਗੇ ਵੀ ਕੋਈ ਕਹਿ ਰਿਹਾ ਸੀ ਕਿ ਅੱਜ ਕੱਲ੍ਹ ਹੈ ਬਾਬਾ ਜੀ, ਪਦਾਰਥਾਂ ਵਿੱਚ ਕੋਈ ਸ਼ਕਤੀ ਨਹੀਂ ਰਹੀ, ਪਾਵਰ ਨਹੀਂ ਰਹੀ। ਖਾਣ ਤੋਂ ਬਾਅਦ ਫਿਰ ਭੁੱਖ ਹੀ ਮਹਿਸੂਸ ਲੱਗਦੀ ਹੁੰਦੀ ਹੈ। ਮੈਂ ਕਿਹਾ ਨਹੀਂ, ਇਹ ਕਿਉਂ ਲੱਗਦੀ? ਖਾਣ ਤੋਂ ਬਾਅਦ ਭੁੱਖ ਫਿਰ ਕਿਉਂ ਮਹਿਸੂਸ ਹੁੰਦੀ ਹੈ? ਅਸੀਂ ਅੰਦਰੋਂ ਖਾਲੀ ਹੋ ਗਏ ਹਾਂ। ਜਿੱਦਣ ਸਾਡੇ ਅੰਦਰ ਦੇਣ ਦੀ ਭਾਵਨਾ ਜਾਗੀ, ਸਤਿਆਂ ਮਨ ਸੰਤੋਖ ਉਪਜੇ। ਜਿਹਦਾ ਮਨ ਸੰਤੋਖੀ ਹੋ ਗਿਆ, ਕਿਸ ਤਰ੍ਹਾਂ ਸੰਤੋਖੀ ਹੋ ਗਿਆ? ਦੇਣੇ ਕੇ ਵਿਚਾਰ। ਜਿੱਦਣ ਤੁਸੀਂ ਦੇਣ ਦੀ ਵਿਚਾਰ 'ਚ ਜੀਂਦੇ ਰਹੇ, ਭੁੱਖ ਨਹੀਂ ਲੱਗਣੀ। ਇਹ ਭੁੱਖ ਉਹਨਾਂ ਨੂੰ ਲੱਗਦੀ ਆ ਜਿਹੜੇ ਵੰਡ ਕੇ ਨਹੀਂ ਖਾਂਦੇ। ਜਿਹੜੇ ਵੰਡ ਕੇ ਖਾਂਦੇ, ਉਹਨਾਂ ਨੂੰ ਭੁੱਖ ਲੱਗਦੀ ਨਹੀਂ ਹੈ। ਕਿਉਂ? ਵੰਡਣ ਨਾਲ ਆਨੰਦ ਮਿਲਦਾ ਹੈ। ਤੇ ਜਿਹਦੇ ਕੋਲ ਆਨੰਦ ਹੋਵੇ, ਭੁੱਖ ਉਹਦੀ ਦੂਰ ਹੋ ਜਾਂਦੀ ਹੈ। ਹਾਂਜੀ, ਬਚੇ ਤੇ ਆਪ ਸ਼ਿਕਾਇ ਹੈ। ਇਹ ਮਰਜ਼ਾਦਾ ਸਾਡੀ ਬਾਬੇ ਨਾਨਕ ਦੀ, ਗੁਰੂ ਨਾਨਕ ਦੀ ਮਰਜ਼ਾਦਾ ਤੇ ਸਿੱਖਾਂ ਨੇ ਨਿਭਾਈ ਹੈ ਤੇ ਅੱਜ ਵੀ ਨਿਭਾ ਰਹੇ ਨੇ। ਬਚੇ ਤੇ ਆਪ ਸ਼ਿਕਾਇ ਹੈ, ਨਹੀਂ ਤੇ ਲੰਗਰ ਮਸਤ ਬਤਾਏ ਹੈ। ਮੁੱਕਿਆ ਨਹੀਂ ਕਹਿਣਾ, ਨਾ। ਮੁੱਕਿਆ ਸ਼ਬਦ ਬਾਬੇ ਨਾਨਕ ਦੀ ਡਿਕਸ਼ਨਰੀ 'ਚ ਹੈ ਨਹੀਂ ਹੈ। ਮੁੱਕਿਆ ਸ਼ਬਦ ਧਰਮ ਦੇ ਅੰਦਰ ਨਹੀਂ ਹੈ। ਇਹਨੂੰ ਕਹਿੰਦੇ ਨੇ, ਇਹਦੇ ਵਾਸਤੇ ਦੋ ਚੀਜ਼ਾਂ ਵਰਤੀਆਂ ਜਾਂਦੀਆਂ ਨੇ। ਲੰਗਰ ਮਸਤ ਹੋ ਗਿਆ, ਮੁੱਕਿਆ ਨਹੀਂ ਕਹਿਣਾ।
ਨਾ ਨਾ, ਮੁੱਕਿਆ ਤੇ ਬਹੁਤ ਨਖਿੱਧ ਜਿਹਾ ਸ਼ਬਦ ਵਾ। ਇੱਕ ਤੇ ਮੁੱਕਿਆ ਨਹੀਂ ਕਹਿਣਾ, ਦੂਸਰਾ ਕਹਿਣਾ ਵਾਧੇ ਪੈ ਗਿਆ। ਕਿਸੇ ਨੇ ਆਖਿਆ ਬਾਬਾ ਜੀ ਭੋਜਨ ਛਕਾਓ, ਤੇ ਨਿਹੰਗ ਸਿੰਘ ਕਹਿਣ ਲੱਗੇ ਭਾਈ ਵਾਧੇ ਪੈ ਗਿਆ। ਕਹਿੰਦੇ ਫਿਰ ਛਕਾਓ, ਕਹਿੰਦੇ ਵਾਧੇ ਪੈ ਗਿਆ। ਇਹ ਨਹੀਂ ਕਿਹਾ ਵੀ ਹੈ ਨਹੀਂ ਟੋਕਰੀ ਵਿੱਚ ਕੋਈ, ਕਹਿੰਦੇ ਵਾਧੇ ਪੈ ਗਿਆ, ਟੋਕਰੀ ਤੋਂ ਵੱਧ ਗਿਆ ਹੈ। ਉਹ ਨਿਹੰਗਾਂ ਦੀ ਬੋਲੀਆਂ ਨੂੰ ਕੌਣ ਸਮਝੇ? ਉਹ ਸਮਝੇ ਨਾ ਨਿਹੰਗ ਸਿੰਘ। ਉਹ ਆਖੇ ਬਾਬਾ ਜੀ ਭੋਜਨ ਛਕਾਓ, ਤੇ ਨਿਹੰਗ ਸਿੰਘ ਇਹ ਵਾਧੇ ਪੈ ਗਿਆ ਭਾਈ। ਉਹ ਸਮਝੇ ਨਾ ਬੋਲੀ ਨਿਹੰਗਾਂ ਦੀ, ਵਾਧੇ ਕਿਹਨੂੰ ਕਹਿੰਦੇ ਨੇ। ਮੁੱਕ ਜੇ ਤੇ ਉਹਨੂੰ ਕਹਿੰਦੇ ਵਾਧੇ ਪੈ ਗਿਆ। ਦੇਖੋ ਹੋਰ ਤੀਸਰੀ ਗੱਲ ਜਿਹੜੀ, ਇੱਕ ਤੇ ਮਸਤ ਲੰਗਰ ਮਸਤ ਹੋ ਗਿਆ, ਸਭ ਰੱਜ ਗਏ, ਸਭ ਤ੍ਰਿਪਤ ਹੋ ਗਏ, ਕੋਈ ਲੋੜ ਨਹੀਂ ਲੰਗਰ ਦੀ ਹੁਣ, ਇਹਨੂੰ ਕਹਿੰਦੇ ਮਸਤ ਹੋ ਜਾਣਾ। ਜਿੱਦਾਂ ਕਰ ਅੱਜ ਕੱਲ੍ਹ ਮਸਤ ਬਾਬੇ ਵੀ ਚੱਲਦੇ ਨੇ, ਉਹ ਸਿਰਟਾਂ ਪੀ ਕੇ ਭੰਗਾਂ ਪੀ ਕੇ ਮਸਤ ਹੋਈ ਫਿਰਦੇ ਨੇ, ਤੇ ਸੂਟੇ ਮਾਰਦੇ ਨੇ ਚੇਲਿਆਂ ਦੇ ਮੂੰਹ ਉੱਤੇ, ਤੇ ਕਹਿੰਦੇ ਤੁਸੀਂ ਮਸਤ ਹੋ ਜਾਓ। ਲੰਗਰ ਮਸਤ ਹੋ ਗਿਆ ਹੈ, ਜਾਨੀ ਕਿ ਸਾਰਿਆਂ ਛਕ ਛਕਾਲ ਆਨੰਦ ਹੋ ਗਿਆ ਹੈ, ਕੋਈ ਲੋੜ ਨਹੀਂ ਲੰਗਰ ਦੀ ਹੁਣ। ਮੁੱਕਿਆ ਨਹੀਂ ਕਹਿਣਾ, ਲੰਗਰ ਵਾਧੇ ਪੈ ਗਿਆ ਹੈ। ਤੇ ਵਾਧੇ ਉਹਨੂੰ ਕਹਿੰਦੇ ਨੇ ਜਿਹੜੇ ਖਾਣ ਪੀਣ ਤੋਂ ਚੀਜ਼ ਮੁੜ ਕੇ ਫੇਰ ਵਧੀ ਰਵੇ, ਤੇ ਜੋ ਖਾਣ ਪੀਣ ਤੋਂ ਬਾਅਦ ਮੁੱਕ ਜਾਵੇ ਤੇ ਧਰਮ ਦੇ ਅੰਦਰ ਉਹਨੂੰ ਬੋਲਿਆ ਜਾਂਦਾ ਵਾਧੇ ਪੈ ਗਿਆ ਹੈ। ਤੀਸਰਾ ਕਿ ਜੇ ਚੀਜ਼ ਥੋੜੀ ਹੋਵੇ ਨਾ, ਅਸੀਂ ਕਹਿੰਦੇ ਜਾ ਰਹੇ ਥੋੜੀ ਜਿਹੀ ਚੀਜ਼ ਰਹਿ ਗਈ ਆ, ਪਰ ਧਰਮ ਦੇ ਅੰਦਰ ਥੋੜੀ ਸ਼ਬਦ ਨਹੀਂ ਹੈ, ਥੋੜਾ ਸ਼ਬਦ ਨਹੀਂ ਹੈ। ਸਵਾਇਆ, ਸਵਾਇਆ ਜਾਂ ਦਿਓ, ਅਸੀਂ ਕਹਿੰਦੇ ਸਵਾਇਆ ਜਾਂ ਦਿਓ, ਸਵਾਇਆ ਜਾਂ ਲੰਗਰ ਆ ਭਾਈ। ਸਵਾਇਆ ਦਾ ਮਤਲਬ ਹੁੰਦਾ ਬਹੁਤ ਸਾਰਾ, ਥੋੜੇ ਨੂੰ ਵੀ ਧਰਮ ਦੇ ਅੰਦਰ ਸਵਾਇਆ ਬੋਲਿਆ ਜਾਂਦਾ ਹੈ। ਤਾਂ ਇਹ ਗੁਰੂ ਨਾਨਕ ਸੱਚੇ ਪਾਤਸ਼ਾਹ, ਮੈਂ ਕਹਿ ਰਿਹਾ ਸੀ ਉੱਥੇ ਸੁਲਤਾਨਪੁਰ ਬੈਠੇ ਹੋਏ ਨੇ, ਹੱਟ ਤੇ ਬੈਠੇ ਹੋਏ ਨੇ, ਤੇ ਪਹਿਲਾਂ ਤਾਂ ਬਾਪੂ ਕੋਲੋਂ ਮੰਗ ਕੇ ਦਾਨ ਕਰਦੇ ਸੀ, ਤੇ ਹੁਣ ਤੇ ਬਹੁਤ ਵੱਡੇ ਹੱਟ ਤੇ ਬੈਠੇ ਹੋਏ ਨੇ, ਤੇ ਗਰੀਬਾਂ ਗੁਰਬਿਆਂ ਨੂੰ ਦਰਿਦਰ ਭਾਜ ਈਰਖਾ ਮਿਟਾਇਓ। ਮਹਾਰਾਜ ਨੇ ਸਭ ਤੋਂ ਪਹਿਲਾਂ ਸੁਲਤਾਨਪੁਰੇ ਵਿੱਚੋਂ ਗਰੀਬੀ ਦੂਰ ਕੀਤੀ। ਇਹ ਧਰਮ ਬਾਦਾਂ ਦੀ ਖੇਡ ਆ, ਗਰੀਬ ਬੰਦਾ ਧਰਮ ਕਿਵੇਂ ਕਮਾਏਗਾ? ਗਰੀਬ ਨੂੰ ਧਰਮ ਦੀ ਲੋੜ ਨਹੀਂ ਹੈ, ਗਰੀਬ ਨੂੰ ਰੋਟੀ ਦੀ ਲੋੜ ਹੈ। ਨੰਗੇ ਨੂੰ ਧਰਮ ਦੀ ਲੋੜ ਨਹੀਂ ਹੈ, ਨੰਗੇ ਨੂੰ ਕੱਪੜੇ ਦੀ ਲੋੜ ਹੈ। ਤੇ ਕਬੀਰ ਨੇ ਆਖਿਆ, ਤਾਈਓ ਤੇ ਕਿਹਾ ਸੀ ਭੂਖੇ ਭਗਤ ਨਾ ਕੀਜੇ। ਕਬੀਰ ਵਰਗਿਆਂ ਨੇ ਮਾਲਾ ਸੁੱਟ ਛੱਡੀ, ਕਹਿੰਦੇ ਵੀ ਭੁੱਖਿਆਂ ਕੋ ਭਗਤੀ ਨਹੀਂ ਹੁੰਦੀ। ਧਰਮ ਕਮਾਉਣ ਵਾਸਤੇ ਕੁੱਲੀ ਜੁੱਲੀ ਤੇ ਗੁੱਲੀ ਦੀ ਲੋੜ ਪੈਂਦੀ ਹੈ। ਤੇ ਜਦੋਂ ਸੁਲਤਾਨਪੁਰ ਬੈਠੇ ਹੋਇਆ ਗੁਰੂ ਨਾਨਕ ਸਾਹਿਬ ਨੇ ਭੁੱਖਿਆਂ ਨੂੰ ਰਜਾ ਦਿੱਤਾ, ਫਿਰ ਉਹ ਧਰਮ ਵਾਲੇ ਪਾਸੇ ਆ ਗਏ। ਆਂਦੇ ਨੇ ਕਿਸੇ ਨੇ, ਕੋਈ ਭੁੱਖਾ ਬੰਦਾ ਖਲੋਤਾ ਸੀ ਤੇ ਚੰਦਰਮਾ ਚੜਿਆ ਹੋਇਆ, ਤੇ ਕਿਸੇ ਨੇ ਪੁੱਛਿਆ ਵੀ ਉਹ ਕੀ ਚੜਿਆ? ਕਹਿੰਦਾ ਰੋਟੀ ਪੱਕਣ ਦਈ ਜਾਪਦੀ ਮੈਨੂੰ। ਭੁੱਖੇ ਨੇ ਧਰਮ ਕਿੱਥੋਂ ਕਮਾਉਣਾ ਹੁੰਦਾ? ਉਹਨੂੰ ਤਾਂ ਚੰਦਰਮਾ ਵੀ ਰੋਟੀ ਦਿਖਦੀ ਭੁੱਖੇ ਨੂੰ। ਤਾਂ ਆ ਜਿਹੜੇ ਭੁੱਖੇ ਲੋਕ ਧਰਮ ਦੇ ਅੰਦਰ ਆ ਗਏ ਨੇ, ਉਹਨਾਂ ਫਿਰ ਧਰਮ ਨੂੰ ਵਿਗਾੜਿਆ ਹੋਇਆ ਹੈ। ਇਹ ਫਿਰ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਜਦੋਂ ਗਰੀਬ ਗੁਰਬਿਆਂ ਦੀ ਸਾਰਿਆਂ ਦੀ ਸਾਰ ਲੈਂਦੇ ਨੇ, ਤੇ ਗਰੀਬੀ ਭੱਜ ਗਈ ਸੁਲਤਾਨਪੁਰੇ ਦੇ ਵਿੱਚੋਂ। ਘਰ ਘਰ ਬਾਬੇ ਨਾਨਕ ਦੀ ਚਰਚਾ ਹੋਣ ਲੱਗ ਗਈ। ਤੇ ਜਿਹੜਾ ਕਿਸੇ ਦੀਆਂ ਲੋੜਾਂ ਪੂਰੀਆਂ ਕਰੇ, ਜਿਹੜਾ ਕਿਸੇ ਦੇ ਕੰਮ ਆਵੇ, ਫਿਰ ਬੰਦਾ ਉਹਦਾ ਹੋ ਜਾਂਦਾ ਵੀ ਉਹ ਮੇਰੇ ਕੰਮ ਆਇਆ ਸੀ। ਫਿਰ ਬਾਬੇ ਨਾਨਕ ਦੇ ਸਾਰੇ ਹੋ ਗਏ। ਤੇ ਅਗਲੀ ਮਰਜ਼ਾਦਾ ਜਿਹੜੀ ਕਵੀ ਸੰਤੋਖ ਸਿੰਘ ਹੋਰਾਂ ਲਿਖੀ ਆ, ਇੱਕ ਇਹ ਸੀ ਹੱਟੀ ਤੇ ਬਹਿ ਕੇ ਗਰੀਬ ਗੁਰਬਿਆਂ ਦੀ ਸੇਵਾ ਕਰਨੀ, ਤੇ ਦੂਸਰਾ ਅੰਮ੍ਰਿਤ ਵੇਲੇ ਹਰਸੋਂ ਧਰੇ ਧਿਆਨ। ਗੁਰੂ ਨਾਨਕ ਸਾਹਿਬ ਸੁਲਤਾਨਪੁਰ ਰਹਿੰਦਿਆਂ ਹੋਇਆ ਅੰਮ੍ਰਿਤ ਵੇਲੇ ਉੱਠਦੇ ਨੇ। ਚਲੋ ਸਿੱਖ ਨੂੰ ਤੇ ਹੁਣ ਸੰਗਰਾਂਦ ਵਾਲੇ ਦਿਨ ਹੀ ਚੇਤਾ ਆਉਂਦਾ ਹੈ ਅੰਮ੍ਰਿਤ ਵੇਲੇ ਦਾ, ਅੱਗੋਂ ਪਿੱਛੋਂ ਤਾਂ ਨਹੀਂ ਹੈ। ਰੱਬ ਖੈਰ ਹੀ ਕਰੇ।
ਅੰਮ੍ਰਿਤ ਵੇਲੇ ਹਰਸੋਂ ਧਰੇ ਧਿਆਨ। ਮਹਾਰਾਜ ਘਰ ਤੋਂ ਉੱਠਦੇ ਨੇ ਅੰਮ੍ਰਿਤ ਵੇਲੇ ਤੇ ਬਾਹਰ ਨਦੀ ਦੇ ਕੰਢੇ ਉੱਤੇ ਆ ਜਾਂਦੇ ਨੇ ਤੇ ਉਸ ਵੇਈ ਨਦੀ ਵਿੱਚ ਇਸ਼ਨਾਨ ਪਏ ਕਰਦੇ ਨੇ। ਤੇ ਇਸ਼ਨਾਨ ਕਰਕੇ ਮਹਾਰਾਜ ਫਿਰ ਰੱਬ ਦੇ ਨਾਲ ਆਪਣੇ ਧਿਆਨ ਨੂੰ ਜੋੜਦੇ ਨੇ। ਅੰਮ੍ਰਿਤ ਵੇਲੇ ਹਰਸੋਂ ਧਰੇ ਧਿਆਨ। ਇਹ ਬਾਬੇ ਨਾਨਕ ਨੇ ਮਰਜ਼ਾਦਾ ਕਿਤੇ ਵੀ ਗਏ ਨੇ, ਉਦਾਸੀਆਂ ਤੇ ਗਏ ਨੇ, ਹੱਟੀ ਤੇ ਰਹੇ ਨੇ, ਕਰਤਾਰਪੁਰ ਆਏ ਨੇ ਜਾਂ ਆਪਣੇ ਘਰ ਵਿੱਚ ਰਹੇ ਨੇ, ਅੰਮ੍ਰਿਤ ਵੇਲੇ ਦੀ ਮਰਜ਼ਾਦਾ ਨਹੀਂ ਉਹਨਾਂ ਨੇ ਛੱਡੀ। ਨਾ ਨਾ ਨਾ, ਅੰਮ੍ਰਿਤ ਵੇਲੇ ਰੱਬ ਦੀਆਂ ਰਹਿਮਤਾਂ ਦਾ ਸਮਾਂ ਹੁੰਦਾ ਹੈ। ਫਿਰ ਰਾਤ ਖਤੂਰੀ ਵੰਡੀਏ, ਕੋਈ ਰੱਬ ਦੀਆਂ ਰਹਿਮਤਾਂ ਲੈਣਾ ਚਾਹਵੇ ਤੇ ਅੰਮ੍ਰਿਤ ਵੇਲੇ ਮਿਲਦੀਆਂ ਨੇ। ਰਾਤ ਖਤੂਰੀ ਵੰਡੀਏ ਸੁੱਤਿਆਂ ਵੇਲੇ ਨਾ ਪਾਓ। ਜਿਹੜੇ ਸੁੱਤੇ ਉਹਨਾਂ ਨੂੰ ਹਿੱਸਾ ਥੋੜਾ ਮਿਲਦਾ ਹੈ। ਰਹਿਮਤਾਂ ਵਾਲਾ ਸਮਾਂ ਹੀ ਲੰਘ ਗਿਆ। ਜਿਨ੍ਹਾਂ ਨੈਣ ਨਿੰਦਰਾਵਲੇ ਤਿੰਨਾਂ ਮਿਲਣ ਕਵਾਓ। ਉਹਨਾਂ ਨੂੰ ਕੀ ਮਿਲਦਾ ਹੈ? ਕੱਖ ਵੀ ਨਹੀਂ ਮਿਲਦਾ। ਰੱਬ ਵੱਲੋਂ ਤਾਂ ਕੁੱਖ ਮਿਲਦਾ ਨਹੀਂ ਆ। ਦੁਨੀਆ ਤੋਂ ਮਿਲ ਜੇ ਤਾਂ ਕਿਹਾ ਨਹੀਂ ਜਾ ਸਕਦਾ। ਰੱਬ ਵੱਲੋਂ ਕੱਖ ਨਹੀਂ ਮਿਲਦਾ। ਅੰਮ੍ਰਿਤ ਵੇਲੇ ਹਰ ਸਿਉ ਧਰੇ ਧਿਆਨ। ਮਹਾਰਾਜ ਬੈਠਦੇ ਨੇ, ਵੱਡੇ ਅੰਮ੍ਰਿਤ ਵੇਲੇ ਉੱਠ ਕੇ ਬੈਠਦੇ ਨੇ ਤੇ ਜਦੋਂ ਫਿਰ ਦਿਨ ਚੜ੍ਹਦਾ ਹੈ ਨਾ, ਪਾਨ ਉਦੇ ਤਬ ਗੋਸ਼ਟ ਕਰੇ ਗਿਆਨ। ਮਹਾਰਾਜ ਉੱਥੇ ਬੈਠੇ ਰਹਿੰਦੇ ਨੇ। ਹੋਰ ਪ੍ਰੇਮੀ ਵੀ ਲਾਗਲੇ ਪਿੰਡਾਂ ਦੇ, ਸ਼ਹਿਰ ਦੇ, ਬਹੁਤ ਵੱਡਾ ਸਤਸੰਗ ਜੁੜ ਜਾਂਦਾ ਹੈ। ਸਤਸੰਗ ਜੁੜ ਜਾਂਦਾ ਹੈ ਅੰਮ੍ਰਿਤ ਵੇਲੇ ਤੋਂ ਬਾਅਦ। ਜਿਉਂ-ਜਿਉਂ ਦਿਨ ਚੜ੍ਹਦਾ ਜਾਂਦਾ, ਗੁਰੂ ਨਾਨਕ ਸਾਹਿਬ ਦੇ ਪ੍ਰੇਮੀ, ਰੱਬ ਦੇ ਪਿਆਸੇ, ਨਾਮ ਨਾਲ ਜੁੜਨ ਵਾਲੇ ਪ੍ਰੇਮੀ ਬੈਠੀ ਜਾਂਦੇ ਨੇ ਆਣ ਕੇ ਮਹਾਰਾਜ ਦੇ ਕੋਲ। ਪਾਨ ਉਦੇ ਤਬ ਗਿਆਨ ਗੋਸ਼ਟ ਕਰੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਹੁੰਦੇ ਨੇ ਤੇ ਆਲੇ ਦੁਆਲੇ ਸੰਗਤਾਂ ਬਹਿ ਜਾਂਦੀਆਂ ਨੇ ਤੇ ਮਹਾਰਾਜ ਫਿਰ ਕਥਾ ਸੁਣਾਉਂਦੇ ਨੇ ਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ। ਗੱਲੀ ਗੱਲਾਂ ਸਿਰਜਣਹਾਰ, ਮੈਂ ਗੁਣ ਗੱਲਾਂ ਕੇ ਸਿਰ ਪਾਰ। ਮਹਾਰਾਜ ਕਹਿੰਦੇ ਭਾਈ ਤੁਸੀਂ ਕਿਰਤ ਬਿਰਤ ਕਰਦੇ ਹੋ, ਰੋਜੀ ਕਮਾਉਂਦੇ ਹੋ ਨਾ, ਤੇ ਰੋਜੀ ਕਮਾਉਂਦਿਆਂ ਹੋਇਆਂ ਵੀ ਰੱਬ ਦੀ ਗੱਲਾਂ ਕਰਿਆ ਕਰੋ ਤੁਸੀਂ। ਇਹ ਸਮਾਂ ਬੜਾ ਕੀਮਤੀ ਮਿਲਿਆ ਜੇ ਸਾਨੂੰ ਮਨੁੱਖਾ ਦੇ ਹੀ। ਮਹਾਰਾਜ ਇੱਕ ਬੜਾ ਕੌੜਾ ਜਿਹਾ ਬਚਨ ਕੀਤਾ। ਜਿਹੜੇ ਲੋਕ ਰੱਬ ਦਾ ਨਾਮ ਨਹੀਂ ਜਪਦੇ, ਹਿਰਦੇ ਵਿੱਚ ਨਾਮ ਨੂੰ ਨਹੀਂ ਪੱਕਿਆਂ ਕਰਦੇ, ਤੇ ਫਿਰ ਮਹਾਰਾਜ ਨੇ ਇੱਕ ਬਚਨ ਕੀਤਾ, ਨਾਨਕ ਲੇਖੇ ਮੰਗਿਆ ਔਤ ਜਨਿੰਦਾ ਜਾਏ। ਜਿਹਦੇ ਘਰ ਕੋਈ ਧੀ ਪੁੱਤ ਨਾ ਜੰਮੇ ਉਹਨੂੰ ਲੋਕੀ ਔਂਤਰਾ ਤੇ ਨਖੱਤਾ ਕਹਿੰਦੇ ਨੇ। ਤੇ ਮਹਾਰਾਜ ਕਹਿੰਦੇ ਜਿਹਦੇ ਹਿਰਦੇ ਘਰ ਵਿੱਚ ਨਾਮ ਨਹੀਂ ਨਾ ਜੰਮਿਆ ਉਹ ਔਂਤਰਾ ਨਖੱਤਾ ਹੀ ਧਰਤੀ ਤੋਂ ਜਾਏਗਾ। ਐਡੀ ਵੱਡੀ ਸੁੰਦਰ ਕਾਇਆ ਰੱਬ ਨੇ ਦਿੱਤੀ ਹੈ ਤੇ ਜੇ ਇਹਦੇ ਵਿੱਚ ਨਾਮ ਨਹੀਂ ਨਾ ਜੰਮਿਆ, ਨਾਮ ਨਹੀਂ ਨਾ ਬੀਜਿਆ ਗਿਆ, ਤੇ ਮਹਾਰਾਜ ਕਹਿੰਦੇ ਤੂੰ ਔਂਤਰਾ ਨਖੱਤਾ ਹੀ ਧਰਤੀ ਤੋਂ ਜਾਏਗਾ। ਜਿੱਦਾਂ ਆ ਉੱਦਾਂ ਹੀ ਜਾਏਗਾ। ਨਾਨਕ ਲੇਖਾ ਮੰਗਿਆ ਔਤ ਜਨਿੰਦਾ ਜਾਏ। ਔਂਤਰਾ ਨਖੱਤਾ ਹੀ ਜਾਵੇਗਾ। ਭਾਵੇਂ ਤੂੰ 1 ਲੱਖ ਪੂਤ 1.25 ਲੱਖ ਨਾਤੀ, ਦੁਨੀਆ ਦੀ ਨਿਗਾਹ 'ਚ ਤੂੰ ਧੀਆਂ ਪੁੱਤਰਾਂ ਵਾਲਾ ਹੋ ਸਕਦਾ ਹੈ, ਪਰ ਬਾਬਾ ਜੀ ਕਹਿੰਦੇ ਜੇ ਤੂੰ ਇਹ ਕੁਛ ਧੀਆਂ ਪੁੱਤਾਂ ਦੇ ਹੁੰਦਿਆਂ ਆ ਤੂੰ ਨਾਮ ਨਹੀਂ ਨਾ ਜੰਮ ਸਕਿਆ, ਆਪਣੇ ਹਿਰਦੇ ਵਿੱਚ ਜਮਾ ਸਕਿਆ, ਉਗਾ ਸਕਿਆ, ਫਿਰ ਤੂੰ ਔਂਤਰਾ ਨਖੱਤਾ ਹੀ ਧਰਤੀ ਤੋਂ ਜਾਵੇਂਗਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਗਿਆਨ ਗੋਸ਼ਟ ਕਰਦੇ ਨੇ ਤੇ ਫਿਰ ਲਾਗਲੇ ਪਿੰਡਾਂ ਵਿੱਚ ਚਰਚਾ ਹੋਣ ਲੱਗ ਪਈ। ਪਹਿਲਾਂ ਤਾਂ ਚਰਚਾ ਹੁੰਦੀ ਸੀ ਕਿ ਬਾਬਾ ਨਾਨਕ ਜੀ ਗਰੀਬਾਂ ਨੂੰ ਰਾਸ਼ਨ ਵੰਡਦੇ ਨੇ, ਤੇ ਹੁਣ ਫਿਰ ਦੂਸਰੇ ਲੋਕ ਜਿਹੜੇ ਰੱਬ ਦੇ ਮਾਰਗ ਦੇ ਪਾਂਧੀ ਸਨ, ਜਿਹੜੇ ਰੱਬ ਦੇ ਰਸਤੇ ਤੇ ਚੱਲਣਾ ਚਾਹੁੰਦੇ ਸਨ ਜਾਂ ਜਿਹੜੇ ਚੱਲ ਰਹੇ ਸਨ, ਜਿਨ੍ਹਾਂ ਦੇ ਅੰਦਰ ਕੋਈ ਰੱਬੀ ਪਿਆਸ ਸੀ, ਉਹ ਲੋਕ ਵੀ ਆਉਣ ਲੱਗ ਪਏ ਬਾਬਾ ਜੀ ਦੇ ਕੋਲ। ਕਿਉਂਕਿ 14 ਸਾਲ ਥੋੜ੍ਹੇ ਨਹੀਂ ਹੁੰਦੇ ਜ਼ਿੰਦਗੀ ਦੇ। ਮਹਾਰਾਜ ਨੇ ਇੱਕ ਥਾਂ ਬੈਠ ਕੇ ਬਤੀਤ ਕੀਤੇ। ਚਲਦੀ ਚਲਦੀ ਚਰਚਾ ਮਲਸੀਆਂ ਵਿੱਚ ਪਹੁੰਚ ਗਈ ਹੈ ਤੇ ਉੱਥੇ ਬਹੁਤ ਵੱਡੇ ਵੱਡੇ ਪੀਰਖਾਨੇ ਬਣੇ ਹੋਏ ਨੇ ਤੇ ਘੁੰਗਰੂ ਪਾ ਕੇ ਤੇ ਉਹ ਨੱਚਦੇ ਨੇ ਤੇ ਰੋਟ ਤਿਆਰ ਕਰਦੇ ਨੇ ਤੇ ਪਟਾਵਾਂ ਪੜ੍ਹਦੇ ਨੇ। ਬੜਾ ਕੁਛ ਹੁੰਦਾ ਹੈ। ਅੱਜ ਵੀ ਹੋ ਰਿਹਾ। ਸਿੱਖਾਂ ਦੇ ਘਰ ਜਗਰਾਤੇ ਹੋ ਰਹੇ ਨੇ। ਸਿੱਖ ਵੀਰਵਾਰ ਤੇਲ ਪਾਉਂਦੇ ਫਿਰਦੇ ਨੇ। ਸਿੱਖ ਮੁਰਦਿਆਂ ਦੀਆਂ ਬਰਸ਼ੀਆਂ ਪਏ ਮਨਾਉਂਦੇ ਨੇ। ਬੜਾ ਕੁਛ ਹੋ ਰਿਹਾ ਹੈ। ਮੁਰਦਿਆਂ ਦੀਆਂ ਗੀਠੇ ਪਏ ਬਣਾਉਂਦੇ ਨੇ। ਬੜਾ ਕੁਛ ਹੋ ਰਿਹਾ।
ਇੱਥੋਂ ਤੱਕ ਚਰਚਾ ਚੱਲੀ ਫਿਰ ਮਹਾਰਾਜ ਦੀ। ਮਲਸੀਆਂ ਵਿੱਚ ਫਿਰ ਇੱਕ ਭਾਈ ਗੁਰਦਾਸ ਨੇ ਲਿਖਿਆ, ਉਹਦੀ ਵਿਆਖਿਆ ਲੰਮੀਆਂ, ਸੰਕੇਤ ਮਾਤਰ ਜੇ ਕਹਿ ਕੇ ਮੈਂ ਸਮਾਪਤੀ ਕਰਾਂ। ਮਲਸੀਆਂ ਵਿੱਚ ਵਖਾਣੀਏ ਭਗੀਰਥ ਕਾਲੀ ਗੁਣ ਗਾਵੇ। ਇਹ ਕਾਲੀ ਮਾਤਾ ਦਾ ਭਗਤ ਸੀ। ਇਹਨਾਂ ਨੇ ਭਗਤਾਂ ਵੀ, ਮਾਤਾ ਵੀ ਕਈ ਕਿਸਮਾਂ ਦੀਆਂ ਲੱਭੀਆਂ ਹੋਈਆਂ ਨੇ। ਮਲਸੀਆਂ ਵਿੱਚ ਵਖਾਣੀਏ ਭਗੀਰਥ, ਇਹ ਭਾਈ ਭਗੀਰਥ ਹੈ, ਕਾਲੀ ਗੁਣ ਗਾਵੇ। ਇਹ ਘੁੰਗਰੂ ਬੰਨ ਕੇ ਤੇ ਕਾਲੀ ਮਾਤਾ ਦੀਆਂ ਭੇਟਾਂ ਗਾਉਂਦਾ ਹੈ। ਤੇ ਜਦੋਂ ਇਹਨੂੰ ਪਤਾ ਲੱਗਾ ਕਿ ਕੋਈ ਗਿਆਨੀ ਪੁਰਖ ਇੱਥੇ ਸੁਲਤਾਨਪੁਰ ਆਇਆ ਹੋਇਆ ਹੈ ਤੇ ਬੜਾ ਰੱਬ ਦਾ ਗਿਆਨ ਉਹਨਾਂ ਦੇ ਕੋਲ, ਉਹਨਾਂ ਦੇ ਮੱਥੇ ਤੇ ਬੜਾ ਰੱਬੀ ਨੂਰ ਹੈ, ਉਹਨਾਂ ਕੋਲ ਬੈਠੇ ਸ਼ਾਂਤੀ ਮਿਲਦੀ ਹੈ, ਬੜਾ ਆਨੰਦ ਮਿਲਦਾ ਹੈ, ਇਹ ਮਲਸੀਆਂ ਤੋਂ ਚੱਲ ਕੇ ਬਾਬੇ ਨਾਨਕ ਨੂੰ ਮਿਲਣ ਵਾਸਤੇ ਆ ਗਿਆ। ਬੈਠਾ, ਗਿਆਨ ਗੋਸ਼ਟ ਹੋਈ। ਕਈ ਦਿਨ ਆਉਂਦਾ ਰਿਹਾ, ਸੁਣਦਾ ਰਿਹਾ, ਬਾਬੇ ਨੂੰ ਸੁਣਦਾ ਰਿਹਾ। ਪਰ ਜਿਹੜਾ ਇੰਨਾ ਲੰਮਾ ਅਰਸਾ ਉਹ ਘੁੰਗਰੂ ਬੰਨ੍ਹ ਕੇ ਤੇ ਨੱਚਦਾ ਰਿਹਾ ਸੀ, ਮਾਤਾ ਦੀਆਂ ਭੇਟਾਵਾਂ ਗਾਉਂਦਾ ਰਿਹਾ ਸੀ, ਐਡੀ ਛੇਤੀ ਕੰਮ ਛੁੱਟਦਾ ਨਹੀਂ ਹੁੰਦਾ। ਆਂਦੇ ਨਾ, ਆਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ। ਬਾਬੇ ਦੀ ਸੰਗਤ ਵੀ ਕਰ ਜਾਂਦਾ, ਪਰ ਉਧਰ ਕਾਲੀ ਦੇ ਵੀ ਗੁਣ ਗਾ ਹੁੰਦਾ ਹੈ। ਗੋਰੇ ਕੋ ਵੀ ਆਣ ਕੇ ਬਹਿ ਜਾਂਦਾ ਤੇ ਕਾਲੀ ਦੇ ਵੀ ਗੁਣ ਗਾ ਲੈਂਦਾ। ਹਾਂ, ਕਰਦਿਆਂ ਕਰਦਿਆਂ ਫਿਰ ਇੱਕ ਦਿਨ ਇਹ ਬਾਬੇ ਨਾਨਕ ਨੂੰ ਕਹਿਣ ਲੱਗਾ, ਭਾਈ ਭਗੀਰਥ, ਸੱਚੇ ਪਾਤਸ਼ਾਹ ਕਿਤੇ ਸਾਡੇ ਵੀ ਚਰਨ ਪਾਇਓ ਜੇ। ਮੈਂ ਵੀ ਵਾੜਾ ਬਣਾਇਆ ਹੋਇਆ ਵਾ ਤੇ ਉੱਥੇ ਮੈਂ ਭੇਟਾਂ ਗਾਉਣਾ। ਮਹਾਰਾਜ ਕਹਿੰਦੇ ਜ਼ਰੂਰ ਆਵਾਂਗੇ ਤੇਰੇ ਕੋਲ ਅਸੀਂ। ਇਹ ਫਿਰ ਜਦੋਂ ਗੁਰੂ ਨਾਨਕ ਸਾਹਿਬ ਉਹਦੇ ਵਾੜੇ 'ਚ ਜਾਂਦੇ ਨੇ, ਕੋਈ 17, 15, 16 ਕਿਲੋਮੀਟਰ ਹਟਵਾ ਮਲਸੀਆਂ ਵਾ ਸੁਲਤਾਨਪੁਰ ਤੋਂ, ਇਹ ਆਪਣੇ ਡੇਰੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਵਿਸ਼ਰਾਮ ਦਿੰਦਾ ਹੈ। ਪਿੰਡੋਂ ਬਾਹਰ ਵਾਰੇ ਦਾ ਵਾੜਾ ਹੈ ਤੇ ਗੁਰੂ ਨਾਨਕ ਸਾਹਿਬ ਉੱਥੇ ਪਹੁੰਚ ਜਾਂਦੇ ਨੇ। ਇਹ ਵਿਸ਼ਰਾਮ ਦਿੰਦਾ ਹੈ ਤੇ ਅੰਮ੍ਰਿਤ ਵੇਲਾ, ਮੈਂ ਫਿਰ ਕਹਿ ਹਾਂ, ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਬਾਬਾ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਧਿਆਨ ਮਗਨ ਹੋ ਕੇ ਬੈਠੇ ਹੋਏ ਨੇ ਆਪਣੇ ਖੇਮੇ ਦੇ ਵਿੱਚ, ਤੇ ਭਾਈ ਭਗੀਰਥ ਅਜੇ ਸੁੱਤਾ ਹੈ। ਮਲਸੀਆਂ ਵਿੱਚ ਵਖਾਣੀਏ ਭਗੀਰਥ ਕਾਲੀ ਗੁਣ ਗਾਵੇ। ਕਾਲੀ ਦੇ ਗੁਣ ਗਾਉਂਦਾ ਸੀ। ਚਲੋ ਗੋਰੀ ਦੇ ਕੋਈ ਗਾਵੇ ਤਾਂ ਮੰਨਿਆ ਜਾ ਸਕਦਾ, ਕਾਲੀ ਦੇ ਵੀ ਗਾ ਲੈਂਦੇ ਲੋਕ। ਅਗਿਆਨਤਾ ਹੈ ਭਾਈ, ਬੇਸਮਝੀ ਹੈ। ਗੁਰੂ ਨਾਨਕ ਸਾਹਿਬ ਬੈਠੇ ਨੇ ਅੰਮ੍ਰਿਤ ਵੇਲੇ ਤੇ ਭਾਈ ਭਗੀਰਥ ਅਜੇ ਸੁੱਤਾ ਹੈ। ਕਿਉਂਕਿ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਰਾਤ ਨੂੰ ਜਾਗਦੇ ਨੇ, ਦਿਨੇ ਭਾਵੇਂ ਸੌਣ ਲੈਣ, ਰਾਤ ਨਹੀਂ ਉਹ ਸੌਂਦੇ। ਪਿੰਨੀ ਰਹਿ ਨੜੀਏ ਚਮਕਣ ਤਾਰੇ, ਦੁਨੀਆ ਨੀਂਦ ਦੀ ਮਾਰੀ ਹੋਈ ਬੇਹੋਸ਼ ਪਈ ਐ ਤੇ ਰੱਬ ਦੇ ਪਿਆਰੇ ਐ ਸੁਚੇਤ ਹੋ ਕੇ ਰੱਬ ਦੇ ਚਰਨਾਂ ਨਾਲ ਜੁੜ ਕੇ ਬੈਠੇ ਹੋਏ ਨੇ। ਰੇ ਜਾਨੋ ਥਾਰੇ ਦੱਬਿਓ, ਦੁਨੀਆ ਨੀਂਦ ਦੀ ਦੱਬੀ ਪਈ ਐ ਤੇ ਰੱਬ ਦੇ ਪਿਆਰੇ ਐ ਇਕਾਗਰ ਹੋ ਕੇ ਮਾਰ ਰੱਬ ਦੇ ਚਰਨਾਂ ਨਾਲ ਬੈਠੇ ਹੋਏ ਨੇ, ਜੁੜ ਕੇ ਬੈਠੇ ਹੋਏ ਨੇ। ਪਿੰਨੀ ਰਹਿ ਨੜੀਏ ਚਮਕਣ ਤਾਰੇ। ਹਾਂਜੀ, ਭਾਈ ਭਗੀਰਥ ਸੁੱਤਾ ਹੈ ਤੇ ਗੁਰੂ ਨਾਨਕ ਸਾਹਿਬ ਚੌਂਕੜੇ 'ਚ ਬੈਠੇ ਨੇ ਤੇ ਇੱਕ ਉੱਥੇ ਬੀਬੀ ਆ ਗਈ। ਲਓ, ਰਾਤ ਦਾ ਸਮਾਂ ਹੈ। ਉਹ ਝਾੜੂ ਕਰਨ ਲੱਗ ਪਈ, ਆਣ ਕੇ ਉੱਥੇ ਝਾੜੂ ਫੇਰਨ ਲੱਗ ਪਈ ਤੇ ਉਹਦੀਆਂ ਚੂੜੀਆਂ ਚਾੜੀਆਂ ਦੀ ਆਵਾਜ਼ ਭਾਈ ਭਗੀਰਥ ਨੂੰ ਪੈ ਗਈ ਵੀ ਇਹ ਕੋਈ ਰਾਤ ਕੌਣ ਬੀਬੀ ਆ ਗਈ ਮੇਰੇ ਇੱਥੇ ਵਾੜੇ ਵਿੱਚ? ਇੱਥੇ ਤਾਂ ਕਦੀ ਕੋਈ ਇਸਤਰੀ ਆਈ ਨਹੀਂ ਹੈ। ਇਹ ਕੌਣ ਜਿਹੜੀ ਰਾਤ ਇੱਥੇ ਆਣ ਕੇ ਝਾੜੂ ਫੇਰ ਰਹੀ? ਉਹਦੀ ਅੱਖ ਖੁੱਲ ਗਈ ਤੇ ਬੜਾ ਹੈਰਾਨ ਰਹਿ ਗਿਆ। ਗੁਰੂ ਨਾਨਕ ਸਾਹਿਬ ਅੰਤਰ ਧਿਆਨ ਹੋ ਕੇ ਬੈਠੇ ਹੋਏ ਨੇ ਤੇ ਭਾਈ ਭਗੀਰਥ ਉਹ ਜਿਹੜੀ ਬੀਬੀ ਝਾੜੂ ਫੇਰ ਰਹੀ ਸੀ ਨਾ, ਉਹਦੇ ਵਾੜੇ 'ਚ, ਵਾੜਾ ਹੁੰਦਾ ਏ, ਵਾੜ ਆਲੇ ਦੁਆਲੇ ਵਾੜ ਕਰਦੀ ਏ ਤੇ ਵਾੜ ਦੇ ਅੰਦਰ ਜਿਹੜਾ ਜਗ੍ਹਾ ਹੋਵੇ ਉਹਨੂੰ ਵਾੜਾ ਬੋਲਿਆ ਜਾਂਦਾ ਹੈ। ਚਲੋ ਹੁਣ ਲੱਗਾ ਤੇ ਅਸੀਂ ਚਾਰ ਦੀਵਾਰੀ ਕਰ ਲੈਂਦੇ ਹਾਂ, ਕੰਡਿਆਲੀ ਤਾਰ ਲਾ ਲੈਂਦੇ, ਉਦੋਂ ਚੀਜ਼ਾਂ ਨਹੀਂ ਸੁਣਦੀਆਂ, ਉਦੋਂ ਆਦੀਆਂ ਕਿੱਕਰਾਂ ਕੁੱਕਰਾਂ ਦੀਆਂ ਬੇਰੀਆਂ ਦੀਆਂ ਛਮਕਾਂ ਲੈ ਕੇ ਤੇ ਵਾੜ ਕਰ ਲੈਣੀ ਤੇ ਉਹਦੇ ਅੰਦਰਲੀ ਜਗ੍ਹਾ ਨੂੰ ਵਾੜਾ ਬੋਲਿਆ ਜਾਂਦਾ ਸੀ।
ਕਹਿੰਦੇ ਖਾਲਾ ਜੀ ਦਾ ਵਾੜਾ ਨਹੀਂ ਹੈ ਇਹ ਵੀ ਇੱਕ ਕਹਾਵਤ ਹੈ ਨਾ। ਇਹ ਫਿਰ ਜਦੋਂ ਭਾਈ ਭਗੀਰਥ ਨੇ ਵੇਖਿਆ ਕਿ ਕੋਈ ਇਸਤਰੀ ਝਾੜੂ ਫੇਰੀ ਤੇ ਉਹਦੀਆਂ ਚੂੜੀਆਂ ਦੀ ਛਣਕਣ ਦੀ ਆਵਾਜ਼ ਆ ਰਹੀ ਹੈ, ਭਗੀਰਥ ਬੜਾ ਹੈਰਾਨ ਹੋਇਆ ਤੇ ਪੁੱਛਦਾ ਬੀਬੀ ਨੂੰ, ਬੀਬੀ ਤੂੰ ਕੌਣ ਹੈ, ਇੱਥੇ ਰਾਤ ਕੀ ਕਰਨ ਆਈ ਤੂੰ? ਕਹਿਣ ਲੱਗੀ ਮੈਂ ਉਹੀ ਹਾਂ ਜਿਹਨੂੰ ਤੂੰ ਧਿਆਉਣਾ ਹੈ, ਮੈਂ ਉਹੀ ਹਾਂ ਜਿਹਦੇ ਤੂੰ ਗੁਣ ਗਾਉਣਾ ਹੈ। ਤੇ ਕਹਿਣ ਲੱਗਾ ਤੁਸੀਂ ਅੱਜ ਇੱਥੇ ਰਾਤ ਕੀ ਕਰਨ ਆਏ? ਕਹਿਣ ਲੱਗੇ ਅਸੀਂ ਇਹ ਜਿਹੜੇ ਜਗਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ, ਅਸੀਂ ਇਹਨਾਂ ਦੇ ਝਾੜੂ ਬਰਦਾਰ ਵਾਂ। ਇਹ ਜਿੱਥੇ ਬੈਠਣ ਸਾਨੂੰ ਉੱਥੇ ਸਫਾਈ ਕਰਨੀ ਪੈਂਦੀ, ਝਾੜੂ ਫੇਰਨਾ ਪੈਂਦਾ। ਅੱਜ ਵੀ ਜੇ ਮੁੱਖ ਮੰਤਰੀ ਨੇ ਆਉਣਾ ਹੋਵੇ, ਪ੍ਰਧਾਨ ਮੰਤਰੀ ਨੇ ਆਉਣਾ, ਤੇ ਸੜਕਾਂ ਨਹੀਂ ਸਾਫ਼ ਕੀਤੀਆਂ ਜਾਂਦੀਆਂ, ਟੋਏ ਨਹੀਂ ਪੂਰੇ ਜਾਂਦੇ, ਗਲੀਆਂ ਨਾਲੇ ਸਾਫ਼ ਕੀਤੇ ਜਾਂਦੇ ਨੇ। ਪ੍ਰਧਾਨ ਮੰਤਰੀ ਨੇ ਆਉਣਾ ਤੇ ਜਿੱਥੇ ਬਾਬੇ ਨੇ ਨਾਨਕ ਨੇ ਆਉਣਾ ਉੱਥੇ ਦੇਵੀ ਦੇਵਤੇ ਆਣ ਕੇ ਝਾੜੂ ਫੇਰਦੇ ਨੇ, ਬਾਬੇ ਨਾਨਕ ਨੇ ਬਹਿਣਾ ਇੱਥੇ। ਉਹ ਕਹਿਣ ਲੱਗੀ ਵੀ ਜਿੱਦੂ ਤੂੰ ਧਿਆਉਣਾ, ਜਿਹਦੇ ਤੂੰ ਗੁਣ ਗਾਉਣਾ ਹੈ, ਮੈਂ ਉਹ ਵਾਂ ਤੇ ਮੈਨੂੰ ਉੱਥੇ ਝਾੜੂ ਫੇਰਨਾ ਪੈਂਦਾ ਜਿੱਥੇ ਬਾਬੇ ਨਾਨਕ ਨੇ ਬਹਿਣਾ ਹੁੰਦਾ ਹੈ, ਮੈਂ ਉੱਥੇ ਝਾੜੂ ਫੇਰਦੀ ਹਾਂ। ਇੰਨੀ ਗੱਲ ਕਹਿ ਕੇ ਕਹਿੰਦੇ ਉਹ ਬੀਬੀ ਅਲੋਪ ਹੋ ਗਈ। ਜੋ ਇਤਿਹਾਸ ਨੇ ਭਾਈ ਗੁਰਦਾਸ ਜੀ ਹੋਣਾ ਜੋ ਲਿਖਿਆ ਹੈ, ਮਲਸੀਆਂ ਵਿੱਚ ਵਖਾਣੀਏ ਭਗੀਰਥ ਕਾਲੀ ਗੁਣ ਗਾਵੇ, ਕਾਲੀ ਦੇ ਗੁਣ ਗਾਉਂਦਾ ਸੀ। ਇਹ ਬੜਾ ਹੈਰਾਨ ਤੇ ਪਰੇਸ਼ਾਨ ਹੋ ਗਿਆ, ਮਨ ਵਿੱਚ ਬੇਚੈਨੀ ਵਰਤ ਗਈ। ਦਿਨ ਚੜ੍ਹਿਆ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਧਿਆਨ ਤੋਂ ਉਥਾਨ ਹੋਏ ਨੇ, ਖੇਮੇ ਚੋਂ ਬਾਹਰ ਆਏ ਨੇ ਤੇ ਭਾਈ ਭਗੀਰਥ ਬਾਹਰ ਖਲੋਤਾ ਹੈ ਤੇ ਗੁਰੂ ਨਾਨਕ ਦੇ ਚਰਨਾਂ ਤੇ ਟੱਠ ਪਿਆ, ਡਿੱਗ ਪਿਆ। ਜੇ ਕੋ ਭਲਾ ਲੋੜੇ ਭਲੇ ਆਪਣਾ, ਗੁਰ ਆਗੇ ਟਹਿ ਟਹਿ ਪਾਵੋਗੋ। ਭਲਾ ਤਾਂ ਹੀ ਹੋਣਾ ਜੇ ਸਿੱਖ ਗੁਰੂ ਦੇ ਚਰਨਾਂ ਤੇ ਟੱਠ ਜਾਵੇ, ਡਿੱਗ ਪਵੇ ਤਾਂ ਗੁਰਦੁਆਰੇ ਵੀ ਲੜਨ ਆਉਂਦਾ ਹੈ। ਅੱਗੇ ਮੈਂ ਉਦੋਂ ਕਹਿ ਰਿਹਾ ਸੀ ਐਤਵਾਰ ਵੀ ਗ੍ਰੰਥੀ ਵਿਚਾਰਾ ਪਾਠ ਕਰਦਾ ਵੀ ਡਰਦਾ ਵਾ ਵੀ ਜਿਹੜੇ ਮੱਥਾ ਟੇਕਣ ਆਉਂਦੇ ਨੇ ਇਹਨਾਂ ਨੇ ਪਤਾ ਨਹੀਂ ਗ੍ਰੰਥੀ ਨੂੰ ਕੀ ਕਹਿ ਦੇਣਾ ਹੈ। ਜੋ ਪ੍ਰਭ ਕੀਏ ਭਗਤ ਤੇ ਬਾਝ ਤਿੰਨ ਤੇ ਸਦਾ ਡਰਾਣੇ ਰਹੀਏ। ਕਬੀਰ ਸਾਹਿਬ ਕਹਿੰਦੇ ਮੈਂ ਇਹਨਾਂ ਲੋਕਾਂ ਤੋਂ ਡਰਦਾ ਹਾਂ, ਇਹਨਾਂ ਨੇ ਪਤਾ ਨਹੀਂ ਕੀ ਬੋਲਣਾ ਹੈ, ਕੀ ਕਹਿਣਾ ਹੈ। ਗ੍ਰੰਥੀ ਪਾਠ ਕਰਦਾ ਡਰਦਾ ਵੀ ਜਿਹੜੇ ਦੋ ਚਾਰ ਮੱਥਾ ਟੇਕਣ ਆਉਂਦੇ ਇਹਨਾਂ ਨੇ ਪਤਾ ਨਹੀਂ ਮੈਨੂੰ ਕੀ ਕਹਿ ਦੇਣਾ ਹੈ। ਤੇ ਢੱਠਣ ਨਹੀਂ ਸਿੱਖ ਆਉਂਦਾ, ਸਿੱਖ ਸੇਵਾ ਕਰ ਨਹੀਂ ਆਉਂਦਾ, ਗੁਰਦੁਆਰੇ ਗੁਰੂ ਦਾ ਦਰਸ਼ਨ ਕਰ ਨਹੀਂ ਆਉਂਦਾ ਸਿੱਖ। ਇਹ ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨੀ ਢੱਠਾ ਤੇ ਸਾਰੇ ਵਹਿਮ ਭਰਮ ਦੂਰ ਹੋ ਗਏ। ਜਿੱਥੇ ਕਾਲੀ ਦੇ ਗੁਣ ਗਾਉਣ ਲੱਗਾ ਸੀ ਤੇ ਹੱਥ ਜੋੜ ਕੇ ਮਾਰ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਆਪਣਾ ਬਣਾ ਲਓ, ਮੈਨੂੰ ਸਿੱਖ ਬਣਾਓ। ਤੇ ਬਾਬਾ ਤੇ ਅੱਗੇ ਲੋੜਦਾ ਸੀ ਵੀ ਇਹਨੂੰ ਇਹ ਸਮਾਂ ਤੇ ਬੜਾ ਧਰਮ ਦੇ ਨਾਂ ਤੇ ਬਰਬਾਦ ਕਰਦਾ, ਪਰ ਧਰਮ ਕਮਾਉਣ ਨਹੀਂ ਦਿਆ। ਅੱਜ ਵੀ ਸਾਡੀ ਇਹ ਹਾਲਤ, ਅਸੀਂ ਧਰਮ ਵਾਸਤੇ ਸਮਾਂ ਬੜਾ ਕੱਢਦੇ ਹਾਂ ਪਰ ਧਰਮ ਨਹੀਂ ਕਮਾਇਆ ਜਾ ਰਿਹਾ, ਅਗਿਆਨਤਾ ਜੂ ਹੈ। ਕਹਿਣ ਲੱਗੇ ਜ਼ਿੰਦਗੀ ਦਾ ਬਹੁਤ ਸਮਾਂ ਧਰਮ ਕਮਾਉਣ ਵਾਸਤੇ ਲਾਉਂਦਾ ਪਰ ਧਰਮ ਕਮਾ ਨਹੀਂ ਰਿਹਾ। ਤੇ ਬਾਬੇ ਨਾਨਕ ਨੂੰ ਤਰਸ ਆ ਗਿਆ। ਜੇ ਗਰੀਬ ਗੁਰਬਿਆਂ ਤੇ ਬਾਬੇ ਨਾਨਕ ਨੂੰ ਤਰਸ ਆਉਂਦਾ ਸੀ ਤੇ ਜਿਹੜੇ ਧਰਮ ਦੇ ਅੰਦਰ ਕੰਗਾਲ ਹੋ ਚੁੱਕੇ ਸਨ, ਜਿਹੜੇ ਧਰਮ ਦੇ ਅੰਦਰ ਗਰੀਬ ਹੋ ਚੁੱਕੇ ਸਨ, ਬਾਬੇ ਨੂੰ ਉਹਨਾਂ ਤੇ ਬੜਾ ਤਰਸ ਆਉਂਦਾ ਸੀ ਤੇ ਬਾਬਾ ਤੇ ਅੱਗੇ ਲੋੜਦਾ ਸੀ। ਕਹਿਣ ਲੱਗਾ ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ। ਤੇ ਮਾਰ ਸੱਚੇ ਪਾਤਸ਼ਾਹ ਨੇ ਫਿਰ ਬਖਸ਼ਾਂ ਕੀਤੀਆਂ। ਬੜਾ ਲੰਮਾ ਇਤਿਹਾਸ ਆ ਭਾਈ ਭਗੀਰਥ ਦਾ। ਫਿਰ ਕਿਸ ਤਰ੍ਹਾਂ ਮਾਰ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਨ ਆਉਂਦਾ, ਦੋਵੇਂ ਟਾਈਮ ਉਹ ਮਾਫ ਕਰਨਾ ਦਿਹਾੜੀ ਦਾ ਇੱਕ ਵਾਰੀ ਦਰਸ਼ਨ ਕਰਨ ਆਉਂਦਾ ਘੋੜੇ ਤੇ ਚੱਲ ਕੇ 16 ਕਿਲੋਮੀਟਰ ਤੋਂ। ਭਾਈ ਭਗੀਰਥ ਸਮੁੰਦਰ ਸਾਗਰ ਹੋਏ ਬਹੁ ਖਾਰਾ, ਗੁਰ ਸਿੱਖ ਲੰਘ ਗੁਰੂ ਪਹਿ ਜਾਈ। ਜਿਉ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਈ। ਇਹ ਕਾਲੀ ਦੇ ਗੁਣ ਗਾਉਣ ਵਾਲਾ ਫਿਰ ਬਾਬੇ ਦੇ ਗੁਣ ਗਾਉਣ ਲੱਗ ਪਿਆ। ਇਹ ਘੁੰਗਰੂ ਬੰਨ ਕੇ ਨੱਚਣ ਵਾਲਾ ਅੱਜ ਚੌਂਕੜਾ ਮਾਰ ਕੇ ਰੱਬ ਦੇ ਚਰਨਾਂ ਨਾਲ ਜੁੜਨ ਲੱਗ ਪਿਆ।
ਅੱਜ ਵੀ ਪਹਿਲਾਂ ਵੀ ਬੜੇ ਲੋਕ ਸਨ ਧਰਮ ਦੇ ਅੰਦਰ ਜੋ ਨੱਚਦੇ ਸਨ। ਅੱਜ ਵੀ ਰਜਨੀਸ਼ ਦੇ ਚੇਲੇ ਨੱਚਣ ਲੱਗ ਪਏ ਨੇ। ਹੁਣ ਗੁਰੂ ਜਿਨ੍ਹਾਂ ਦਾ ਨੱਚਣਾ, ਚੇਲੇ ਜਾਨ ਛੜਪ ਵਾਇਨ ਚੇਲੇ ਨੱਚਣ ਗੁਰ, ਪੈਰ ਹਿਲਾਇਨ ਫੇਰਨ ਸਿਰ। ਉਹ ਇੱਕ ਤੁਕ ਹੀ ਪੜ੍ਹਦੇ ਆ, ਨੱਚਣ ਕੁੱਦਣ ਮਨ ਕਾ ਚਾਓ। ਉਹ ਨਹੀਂ, ਇਹ ਤੁਹਾਨੂੰ ਨਹੀਂ ਨੱਚਣ ਕੁੱਦਣ ਬਾਰੇ ਬਾਬਾ ਜੀ ਨੇ ਕਿਹਾ ਕਿ ਤੁਸੀਂ ਨੱਚਿਆ ਕਰੋ ਜੇ ਧਰਮ ਦੇ ਨਾਂ ਤੇ। ਨਹੀਂ, ਬਾਬੇ ਨੇ ਆਖਿਆ ਉਹ ਨੱਚਣਾ ਕੁੱਦਣਾ ਤੇ ਮਨ ਦਾ ਕੰਮ ਹੈ, ਮਨ ਕਾ ਚਾਓ ਹੈ, ਇਹ ਧਰਮ ਨਹੀਂ ਹੈ। ਤੇ ਤੁਸੀਂ ਧਰਮ ਦੇ ਕੱਪੜੇ ਪਾ ਕੇ ਤੇ ਘੁੰਗਰੂ ਬਣ ਕੇ ਤੇ ਨੱਚਦੇ ਪਏ ਹੋ, ਇਹ ਧਰਮ ਨਹੀਂ ਹੈ। ਵੈਨ ਚੇਲੇ ਨੱਚਣ ਪੇਰ ਗੁਰ, ਪੈਰ ਹਿਲਾਨ ਫੇਰਨ ਸਿਰ, ਉਡ ਡਰਾਵਾ ਝਾਟੇ ਪਾਏ, ਵੇਖੇ ਵੇਖੇ ਲੋਕ ਹੱਸੇ ਕਰ ਜਾਏ। ਮਰ ਕਹਿੰਦੇ ਨਾ ਨੱਚਣ ਕੁੱਦਣ ਮਨ ਕਾ ਚਾਓ, ਨਾਨਕ ਜਿਨ ਮਨ ਭਾਓ। ਜਿਨ੍ਹਾਂ ਦੇ ਮਨ ਵਿੱਚ ਰੱਬ ਦਾ ਡਰ ਹੈ ਤਿੰਨਾ ਮਨ ਭਾਓ, ਉਹਨਾਂ ਨੂੰ ਪ੍ਰੇਮ ਮਿਲਦਾ ਹੈ। ਜਿਨ੍ਹਾਂ ਦੇ ਮਨ ਵਿੱਚ ਰੱਬ ਦਾ ਡਰ ਆ ਤੇ ਜਿਹੜੇ ਘੁੰਗਰੂ ਪਾ ਕੇ ਜਾਂ ਉੱਦਾਂ ਨੱਚਦੇ ਨੇ ਦੇਵੀ ਦੇਵਤਿਆਂ ਜਾਂ ਹੋਰ ਕਿਸੇ ਪੀਰ ਪੈਗੰਬਰਾਂ ਦੇ ਅੱਗੇ, ਬਾਰੇ ਕਹਿੰਦੇ ਇਹਨਾਂ ਨੂੰ ਰੱਬ ਦਾ ਪਿਆਰ ਨਹੀਂ ਜੀ ਮਿਲਦਾ। ਨਾਨਕ ਜਿਨ ਮਨ ਭਾਓ, ਜਿਨ੍ਹਾਂ ਦੇ ਮਨ ਵਿੱਚ ਪੈਰਾਂ ਵਿੱਚ ਘੁੰਗਰੂ, ਉਹ ਨਹੀਂ ਰੱਬ ਦਾ ਪਿਆਰ ਲੈ ਸਕਦੇ। ਜਿਹੜੇ ਘੁੰਗਰੂ ਪਾ ਕੇ ਨੱਚਦੇ ਉਹ ਨਹੀਂ ਰੱਬ ਦਾ ਪਿਆਰ ਲੈ ਸਕਦੇ। ਉਹ ਲੈ ਸਕਦੇ ਨੇ ਨਾਨਕ ਜਿਨ ਮਨ ਭਾਓ ਤਿੰਨਾ ਮਨ ਭਾਓ। ਡਰ ਹੀ ਨਹੀਂ ਆ। ਹੁਣ ਬੱਚੇ ਨੂੰ ਡਰ ਨਹੀਂ ਗਾ ਮੈਂ ਸਕੂਲੇ ਲੇਟ ਨਾ ਹੋ ਜਾ, ਤੇ ਬੱਚਾ ਸਕੂਲੇ ਜਾ ਹੀ ਨਹੀਂ ਸਕਦਾ, ਬੱਚਾ ਪੜ੍ਹ ਹੀ ਨਹੀਂ ਸਕਦਾ। ਜੇ ਬੱਚੇ ਨੂੰ ਡਰ ਨਾ ਹੋਵੇ ਕਿ ਟੀਚਰ ਨੇ ਮੈਨੂੰ ਪੁੱਛਣਾ ਹੈ, ਮੈਨੂੰ ਮਾਰਨਾ ਹੈ, ਤੇ ਬੱਚਾ ਪੜ੍ਹ ਨਹੀਂ ਸਕਦਾ। ਡਰ ਹੀ ਤਾਂ ਉਸ ਨੂੰ ਉਠਾਉਂਦਾ ਹੈ ਵੀ ਮੇਰਾ ਟਾਈਮ ਹੋ ਗਿਆ ਸਕੂਲ ਦਾ। ਡਰ ਹੀ ਤਾਂ ਉਹਨੂੰ ਪੜ੍ਹਾਉਂਦਾ ਹੈ ਕਿ ਮੈਨੂੰ ਮਾਰ ਪੈਣੀ ਹੈ। ਇਹ ਡਰ ਹੀ ਤਾਂ ਹੁੰਦਾ ਮੇਰੀ ਗੈਰ ਹਾਜ਼ਰੀ ਲੱਗ ਜਾਣੀ ਤਾਂ ਸਕੂਲੇ ਜਾਂਦਾ ਹੈ। ਤੇ ਧਰਮ ਬੰਦਾ ਉਹ ਕਮਾ ਸਕਦਾ ਜਿਹਦੇ ਅੰਦਰ ਬਹੁਤ ਵੱਡਾ ਡਰ ਹੋਵੇ। ਸਿੱਖ ਨੂੰ ਰਾਤ ਨੂੰ ਸ਼ਾਮੀ ਡਰ ਲੱਗੇ ਕਿ ਮੈਂ ਟਾਈਮ ਨਾਲ ਸੌਣਾ ਤੇ ਅੰਮ੍ਰਿਤ ਵੇਲੇ ਉੱਠਣਾ, ਇਹ ਡਰ ਹੋਵੇ ਸਿੱਖ ਨੂੰ। ਉਹ ਕੋਈ ਕਹਿ ਰਿਹਾ ਸੀ ਕਿਸੇ ਗਿਆਨੀ ਨੂੰ, ਗਿਆਨੀ ਜੀ ਇਹ ਮੇਰੀ ਅਰਦਾਸ ਕਰ ਦਿਓ ਅੰਮ੍ਰਿਤ ਵੇਲੇ ਉੱਠਿਆ ਕਰਾਂ ਮੈਂ। ਕਹਿਣ ਲੱਗਾ ਮੈਂ ਤਾਂ ਕਦੀ ਨਹੀਂ ਅਰਦਾਸ ਕਰਦਾ ਤੇਰੀ ਅੰਮ੍ਰਿਤ ਵੇਲੇ ਉੱਠਣ ਦੀ। ਹਾਂ ਮੈਂ ਅਰਦਾਸ ਕਰੂੰਗਾ ਵੀ ਤੂੰ ਟਾਈਮ ਨਾਲ ਸੌਂ ਜਿਆ ਕਰ, ਤੇ ਜਦੋਂ ਟਾਈਮ ਨਾਲ ਸੌਂ ਗਿਆ ਤੇ ਆਪੇ ਟਾਈਮ ਨਾਲ ਉੱਠਿਆ ਜਾਣਾ। ਤੈਨੂੰ ਡਰ ਹੀ ਨਹੀਂ ਗਾ ਅੰਮ੍ਰਿਤ ਵੇਲੇ ਮੈਂ ਉੱਠਣਾ ਵਾਂ, ਤੇ ਤੂੰ ਸੌਵੇਂਗਾ ਕਿਵੇਂ? ਸਿੱਖ ਨੂੰ ਡਰ ਹੋਵੇ ਆਸਾ ਦੀ ਵਾਰ ਲੰਘ ਨਾ ਜਾਵੇ ਕਿਤੇ। ਸਿੱਖ ਨੂੰ ਡਰ ਹੋਵੇ ਅੰਮ੍ਰਿਤ ਵੇਲੇ 5 ਬਾਣੀਆਂ ਪੜ੍ਹਨੀਆਂ ਸੂਰ ਚੜ੍ਹਨ ਤੋਂ ਪਹਿਲਾਂ ਕਿਤੇ ਸਮਾਂ ਲੰਘ ਨਾ ਜਾਵੇ। ਇਹ ਡਰ ਨਹੀਂ ਤੇ ਠਾਉਣਾ ਹੈ, ਡਰ ਨਹੀਂ ਤੇ ਜਪਾਉਣਾ ਹੈ, ਡਰ ਨਹੀਂ ਬਚਾਉਣਾ ਹੈ। ਜਿੰਨਾ ਪਾਓ ਤੇ ਨਾਹੀਂ ਪਾਓ। ਤੇ ਜਿਹੜੇ ਇਸ ਡਰ ਨੂੰ ਧਾਰਨ ਕਰ ਲੈਂਦੇ ਨੇ ਤੇ ਦੁਨੀਆ ਤੱਕ ਕੋਈ ਬੰਦਾ ਨਹੀਂ ਉਸ ਨੂੰ ਫਿਰ ਡਰਾ ਸਕਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤਾਂ ਬਖਸ਼ ਕਰਨ। ਆਉਣ ਵਾਲੇ ਸਮੇਂ 'ਚ ਭਾਈ ਭਗੀਰਥ ਦੀਆਂ ਹੋਰ ਵੀ ਕੋਈ ਇੱਕ ਦੋ ਗੱਲਾਂ ਨੇ, ਫਿਰ ਆਪਣਾ ਸਾਂਝੀਆਂ ਕਰਾਂਗੇ। ਹੁਣ 2-4 ਦਿਨ ਵਿਆਖਿਆ ਨਹੀਂ ਕੋਈ ਹੋਣੀ। ਤੇ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਹਨਾਂ ਦੀ ਜੀਵਨ ਗਾਥਾ। ਹੁਣ ਆਉਣ ਵਾਲੇ ਸਮੇਂ 'ਚ ਮਹਾਰਾਜ ਸੱਚੇ ਪਾਤਸ਼ਾਹ 10ਵੇਂ ਪਾਤਸ਼ਾਹ ਦਾ ਉਹ ਸ਼ਹੀਦੀ ਦਿਹਾੜਾ ਵੀ ਆ ਜਾਣਾ, ਉਸ 'ਤੇ ਵੀ ਆਪਾਂ ਵਿਚਾਰ ਕਰਾਂਗੇ। ਤੇ ਸੱਚੇ ਪਾਤਸ਼ਾਹ ਰਹਿਮਤਾਂ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।